सत श्री अकाल जी। आप सब जी का स्वागत है ਤੁਹਾਡੇ अपने यूट्यूब चैनल पॉजिटिव वाइब पंजाब ਦੇ ਉੱਤੇ। ਅੱਜ ਆਪਾਂ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਨਵੀਂ ਵੀਡੀਓ ਲੈ ਕੇ, ਜਿਹੜਾ ਕਿ ਆਪਣਾ ਇੱਥੇ ਕੰਪਿਊਟਰ ਸੀਰੀਜ਼ ਚੱਲ ਰਹੀ ਹੈ ਪਟਵਾਰੀ ਐਗਜ਼ਾਮ ਦੇ ਲਈ। ਅੱਜ ਆਪਾਂ ਟੈਸਟ ਕਰਾਂਗੇ ਤੁਹਾਡੀ ਨੌਲੇਜ ਕਿ ਤੁਸੀਂ ਕਿੰਨੇ ਕੁ ਧਿਆਨ ਦੇ ਨਾਲ ਵੀਡੀਓ ਦੇਖਦੇ ਹੋ। ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ 30 ਟੌਪ ਮੋਸਟ MCQ, ਜਿਹੜਾ ਆਪਾਂ ਜਿੰਨਾ ਵੀ ਹੁਣ ਤੱਕ ਆਪਾਂ ਸਿਲੇਬਸ ਕਵਰ ਕੀਤਾ ਕੰਪਿਊਟਰ ਬੇਸਿਕ ਦਾ, ਜਿਹੜੀ ਕਿ ਆਪਾਂ ਨਵੀਂ ਸੀਰੀਜ਼ ਸਟਾਰਟ ਕੀਤੀ ਹੈ। ਤੇ ਕਾफ़ी ਕੁਐਰੀਜ਼ ਆ ਰਹੀਆਂ ਕਿ ਸਰ ਸਾਡਾ ਸਿਲੇਬਸ ਖਤਮ ਹੋ ਜਾਊਗਾ ਪੇਪਰ ਤੋਂ ਪਹਿਲਾਂ। ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਰਾਜੇ ਕਿ ਚੈਨਲ ਦੇ ਉੱਪਰ ਘੱਟੋ ਘੱਟ 80% ਸਿਲੇਬਸ ਕਵਰ ਹੋਇਆ ਹੋਇਆ ਹੈ, ਪਰ ਜਿਹੜੀ ਆ ਨਿਊ ਸੀਰੀਜ਼ ਮੈਂ ਸਟਾਰਟ ਕੀਤੀ ਹੈ ਸਿਰਫ ਡਿਮਾਂਡ 'ਤੇ ਕੀਤੀ ਹੈ, ਬਿਲਕੁਲ ਬੇਸਿਕ ਲੈਵਲ ਤੋਂ। ਕਿ ਤੁਹਾਡੀ ਇੱਕ ਚਲੋ ਕਈ ਸਟੂਡੈਂਟ ਨੂੰ ਹੁੰਦਾ ਕਿ ਸਰ ਦੁਬਾਰਾ ਤੋਂ ਕਰਾ ਦਿਓ, ਕੋਈ ਨਵੀਂ ਚੀਜ਼ ਸਮਝ ਆ ਜਾਂਦੀ ਹੈ, ਤਾਂ ਉਹਨਾਂ ਦੇ ਕਰਕੇ ਮੈਂ ਸਟਾਰਟ ਕੀਤੀ। ਅਦਰਵਾਈਜ਼ ਤੁਸੀਂ ਪੂਰੇ ਚੈਨਲ ਦੇ ਵਿੱਚ ਮੈਂ 3 ਪਲੇਲਿਸਟ ਬਣਾ ਚੁੱਕਿਆ। ਮੈਂ ਵਾਰ-ਵਾਰ ਕਹਿਣਾ, ਇੱਕ ਬੇਸਿਕ ਕੰਪਿਊਟਰ ਦੀ ਬਣੀ ਹੋਈ ਹੈ ਪਲੇਲਿਸਟ, ਇੱਕ ਹਾਈ ਲੈਵਲ ਕੰਪਿਊਟਰ ਦੀ ਬਣੀ ਹੋਈ ਹੈ, ਅਤੇ ਇੱਕ ਸਪੈਸ਼ਲ ਜਿਹੜਾ ਆਪਾਂ ਹੁਣ ਕਰ ਰਹੇ ਹਾਂ ਪਟਵਾਰੀ 2021 ਵਾਸਤੇ। ਅਤੇ ਨਾਲ ਹੀ ਆਪਾਂ ਸਟਾਰਟ ਕੀਤੀ ਹੈ ਰਾਜੇ ਐਗਰੀਕਲਚਰ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਉਸ ਵੀਡੀਓ ਨੂੰ ਵੀ ਬਹੁਤ ਪਿਆਰ ਦਿੱਤਾ। ਅਤੇ ਐਗਰੀਕਲਚਰ ਵੀ ਆਪਾਂ ਕਰਾਂਗੇ ਨਾਲ ਦੀ ਨਾਲ। ਅਤੇ ਕਾफ़ी ਬੱਚੇ ਕਹਿ ਰਹੇ ਸਰ ਪੰਜਾਬੀ ਦੇ ਵਿੱਚ ਵੀ ਕਰਵਾਓ। ਕੰਟੈਂਟ ਪੰਜਾਬੀ ਦੇ ਵਿੱਚ ਵੀ ਹੁੰਦਾ ਰਾਜੇ, ਇੰਗਲਿਸ਼ ਦੇ ਵਿੱਚ ਵੀ ਹੁੰਦਾ, ਪਰ ਟਾਈਮ ਦੀ ਕਮੀ ਬਹੁਤ ਹੈ। ਸ਼ਡਿਊਲ ਦੀ ਬਿਜ਼ੀ ਹੋਣ ਕਰਕੇ, ਘਰ ਦੇ ਵਿੱਚ ਜ਼ਿੰਮੇਵਾਰੀਆਂ ਜ਼ਿਆਦਾ ਹੋਣ ਕਰਕੇ ਮੈਂ ਕੰਟੈਂਟ ਲਿਖਣ ਦੇ ਵਿੱਚ ਟਾਈਮ ਲੱਗ ਜਾਂਦਾ, ਟਾਈਪਿੰਗ ਕਰਨ ਦੇ ਵਿੱਚ। ਇਸ ਕਰਕੇ ਮੈਂ ਜਿਹੜੇ ਹੁਣ ਕੁਐਸਚਨ ਲੈ ਕੇ ਆਇਆ, ਤੁਹਾਨੂੰ ਕੁਐਸਚਨ ਸਾਰੇ ਮੈਂ ਪੰਜਾਬੀ ਇੰਗਲਿਸ਼ ਦੋਨਾਂ 'ਚ ਕਰਵਾ ਦੂੰਗਾ। ਬਾਕੀ ਜਿਹੜਾ ਐਗਰੀਕਲਚਰ ਉਹ ਤਾਂ ਮੈਂ ਕਰਵਾਈ ਪੰਜਾਬੀ ਦੇ ਵਿੱਚ ਰਿਹਾ, ਅਤੇ ਕੰਪਿਊਟਰ ਤੁਸੀਂ ਇੰਗਲਿਸ਼ ਦੇ ਵਿੱਚ ਪੜ੍ਹ ਲਓ, ਕਿਉਂਕਿ ਮੈਂ ਬਹੁਤ ਸਿੰਪਲ ਲੈਂਗੁਏਜ ਦੇ ਵਿੱਚ ਲਿਖਦਾ, ਕੋਈ ਜ਼ਿਆਦਾ ਹਾਈ ਲੈਵਲ ਦੀ ਇੰਗਲਿਸ਼ ਨਹੀਂ ਲਿਖੀ ਗਈ। ਰਾਈਟ ਹੈ ਜੀ, ਚਲੋ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ। ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਕਰਨਾ ਕੀ ਹੈ, ਆਪਣਾ ਇੱਕ ਰੈਂਕ ਜ਼ਰੂਰ ਲਿਖਣਾ ਹੈ। ਤੁਸੀਂ ਜਿਵੇਂ ਹੁਣ ਮੰਨ ਲਓ ਮੈਂ ਕੁਐਸਚਨ ਬੋਲੂੰਗਾ, ਤੁਸੀਂ ਉਹਦਾ ਆਨਸਰ ਸੋਚ ਲੈਣਾ ਹੈ। ਜਦੋਂ ਮੈਂ ਆਨਸਰ ਬੋਲੂੰਗਾ ਤੁਸੀਂ ਟੈਲੀ ਕਰਨਾ ਕਿ ਤੁਹਾਡਾ ਉਹ ਰਾਈਟ ਸੀਗਾ ਜਾਂ ਰੋਂਗ ਸੀਗਾ। ਐਂਡ ਦੇ ਵਿੱਚ ਤੁਸੀਂ ਆਪਣਾ ਰੈਂਕ ਲਿਖਣਾ ਕਿ 30 ਦੇ ਵਿੱਚੋਂ ਤੁਹਾਡੇ ਕਿੰਨੇ ਕੁਐਸਚਨ ਰਾਈਟ ਨੇ, ਅਤੇ ਨਾਲ ਦੀ ਨਾਲ ਤੁਸੀਂ ਕਲਾਸ ਦੇ ਵਿੱਚ ਮੈਂ ਕੁਐਸਚਨ ਪੁੱਛੂੰਗਾ, ਉਹਦਾ ਆਨਸਰ ਵੀ ਕਰਨਾ ਹੈ, ਅਤੇ ਆਪਣੇ ਆਪ ਨੂੰ ਚੈੱਕ ਕਰਨਾ, ਕਿਉਂਕਿ ਰਾਜੇ ਆਪਣਾ ਕੰਪੀਟੀਸ਼ਨ ਆਪਣੇ ਆਪ ਨਾਲ ਹੈ। ਠੀਕ ਹੈ, ਸਭ ਤੋਂ ਪਹਿਲਾਂ ਚਲੋ ਸਟਾਰਟ ਕਰਦੇ ਹਾਂ ਵਿਦਾਊਟ ਟਾਈਮ ਵੇਸਟ ਕੀਤੇ। ਵੀਡੀਓ ਨੂੰ ਐਂਡ ਤੱਕ ਦੇਖ ਲਿਓ। ਜੇ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਵੀ ਕਰ ਦਿਓ ਅਤੇ ਸ਼ੇਅਰ ਵੀ ਕਰ ਦਿਓ। ਜਿਹੜੇ ਬੱਚੇ ਨਵੇਂ ਆ ਚੈਨਲ 'ਤੇ ਭਾਈ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਨੂੰ ਦਬਾ ਲਿਓ। ਚਲੋ ਸਟਾਰਟ ਕਰਦੇ ਹਾਂ। ਕਹਿੰਦਾ ਵਿਚ ਵਾਜ਼ ਦਾ ਕੰਪਿਊਟਰ ਕਨਸੀਵਡ ਬਾਏ ਦਾ ਬੈਬਜੇ। ਚਾਰਲਸ ਬੈਬਜੇ ਬਾਰੇ ਸਾਰੇ ਸੁਣਿਆ ਹੋਊਗਾ ਸਾਰਿਆਂ ਨੇ ਰਾਜੇ, ਜਿਨ੍ਹਾਂ ਨੂੰ ਕੀ ਕਿਹਾ ਜਾਂਦਾ, ਫਾਦਰ ਆਫ ਕੰਪਿਊਟਰ ਕਿਹਾ ਜਾਂਦਾ। ਕਹਿੰਦਾ ਵੀ ਹੇਠ ਲਿਖਿਆਂ ਵਿੱਚੋਂ ਕਿਹੜਾ ਕੰਪਿਊਟਰ, ਮੈਂ ਅੱਗੇ ਪੰਜਾਬੀ 'ਚ ਵੀ ਬੋਲੂੰਗਾ, ਫਿਲਹਾਲ ਪਹਿਲਾਂ ਇੰਗਲਿਸ਼ ਦੇ ਵਿੱਚ ਦੇਖ ਲਓ। ਤੁਸੀਂ ਆਨਸਰ ਦੱਸਣਾ ਵੀ ਐਨਾਲਿਟੀਕਲ ਇੰਜਨ ਹੈ, ਅਰਥਮੈਟਿਕ ਮਸ਼ੀਨ ਹੈ, ਡੋਨਾਲਡ ਕੰਥ ਹੈ, ਜਾਂ ਆਲ ਆਫ ਦੀ ਅਬਵ। ਤੁਸੀਂ ਆਨਸਰ ਸੋਚ ਲਓ, ਤਦ ਤੱਕ ਮੈਂ ਪੰਜਾਬੀ ਦੇ ਵਿੱਚ ਬੋਲ ਦਿੰਦਾ ਰਾਜੇ। ਕਹਿੰਦਾ ਬੈਬਜੇ ਦੁਆਰਾ ਹੇਠ ਲਿਖਿਆਂ ਵਿੱਚੋਂ ਕਿਹੜਾ ਕੰਪਿਊਟਰ ਤਿਆਰ ਕੀਤਾ ਗਿਆ ਸੀਗਾ। ਐਨਾਲਿਟੀਕਲ ਇੰਜਨ, ਅਰਥਮੈਟਿਕ ਮਸ਼ੀਨ ਜਿਹਨੂੰ ਹਿਸਾਬ ਮਸ਼ੀਨ ਕਹਿ ਦਿੰਦੇ ਆ, ਡੋਨਾਲਡ ਕੰਥ ਜਾਂ ਸਾਰੇ। ਤਾਂ ਇਹਦਾ ਰਾਈਟ ਆਨਸਰ ਕੀ ਹੈ ਰਾਜੇ, ਤੁਹਾਨੂੰ ਮੈਂ ਥਿਊਰੀ ਦੇ ਵਿੱਚ ਪੜ੍ਹਾਇਆ L1 ਲੈਕਚਰ, ਜਿਹੜਾ ਸਭ ਤੋਂ ਪਹਿਲਾ ਲੈਕਚਰ ਪਿਆ ਆਪਣਾ ਬੇਸਿਕ ਕੰਪਿਊਟਰ ਦਾ। ਤਾਂ ਰਾਜੇ ਉਹਨਾਂ ਨੇ ਤਿਆਰ ਕੀਤਾ ਸੀਗਾ ਐਨਾਲਿਟੀਕਲ ਇੰਜਨ, ਜਿਹਨੂੰ ਬਾਅਦ ਦੇ ਵਿੱਚ ਐਡਵਾਂਸ ਵਰਜ਼ਨ ਤਿਆਰ ਕੀਤਾ, ਜਿਹਨੂੰ ਕਹਿ ਦਿੰਦੇ ਆ ਡਿਫਰੈਂਸ ਇੰਜਨ। ਤਾਂ ਐਨਾਲਿਟੀਕਲ ਇੰਜਨ ਵੀ ਹੋ ਸਕਦਾ ਹੈ ਆਪਣੀ ਐਗਜ਼ਾਮਪਲ ਦੇ ਵਿੱਚ, ਆਪਸ਼ਨ ਦੇ ਵਿੱਚ ਡਿਫਰੈਂਸ ਇੰਜਨ ਵੀ ਹੋ ਸਕਦਾ ਹੈ। ਰਾਈਟ ਹੈ, ਆਈ ਹੋਪ ਸਭ ਦਾ ਆਨਸਰ ਠੀਕ ਹੋਊਗਾ। ਜਿਹਦਾ ਨਹੀਂ ਹੋਇਆ ਭਾਈ ਉਹ ਜਾ ਕੇ ਪਹਿਲਾਂ ਥਿਊਰੀ ਦੇਖੋ, ਡਾਇਰੈਕਟ MCQ ਕਦੇ ਵੀ ਨਹੀਂ ਕਰਨੇ, ਮੈਂ ਤੁਹਾਨੂੰ ਕਹਿ ਰਿਹਾ। ਅੱਗੇ ਗੱਲ ਕਰਦੇ ਹਾਂ। ਅਗਲਾ ਕੁਐਸਚਨ ਮੈਂ ਪੁੱਛਿਆ L2 ਦੇ ਵਿੱਚੋਂ, ਜਿਹਦੇ ਵਿੱਚ ਆਪਾਂ L3 ਦੇ ਵਿੱਚੋਂ, ਜਿਹਦੇ ਵਿੱਚ ਆਪਾਂ ਕੀਤੀਆਂ ਸੀਗੀਆਂ ਕੰਪਿਊਟਰ ਜਨਰੇਸ਼ਨਸ। ਕੁਐਸਚਨ ਕੀ ਕਹਿ ਰਿਹਾ, ਕਹਿੰਦਾ ਦਾ ਪ੍ਰੋਸੈਸਿੰਗ ਸਪੀਡ ਆਫ ਦਾ ਫਸਟ ਜਨਰੇਸ਼ਨ ਕੰਪਿਊਟਰ। ਜਿਹੜੇ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਸੀਗੇ ਰਾਜੇ, ਉਹਨਾਂ ਦੀ ਜਿਹੜੀ ਪ੍ਰੋਸੈਸਿੰਗ ਸਪੀਡ ਸੀਗੀ ਉਹ ਕਿਹਦੇ ਵਿੱਚ ਮਾਪੀ ਜਾਂਦੀ ਸੀਗੀ, ਮਿਲੀ ਸੈਕਿੰਡ ਦੇ ਵਿੱਚ, ਮਾਈਕਰੋ ਸੈਕਿੰਡ ਦੇ ਵਿੱਚ, ਨੈਨੋ ਸੈਕਿੰਡ ਦੇ ਵਿੱਚ, ਜਾਂ ਪਿਕੋ ਸੈਕਿੰਡ ਦੇ ਵਿੱਚ। ਤੁਸੀਂ ਆਪਣਾ ਆਨਸਰ ਸੋਚ ਲਓ, ਤਦ ਤੱਕ ਮੈਂ ਪੰਜਾਬੀ ਦੇ ਵਿੱਚ ਪੜ੍ਹ ਦਿੰਦਾ ਇੱਕ ਵਾਰੀ ਕੁਐਸਚਨ। ਕਹਿੰਦਾ ਪਹਿਲੀ ਪੀੜ੍ਹੀ ਦੇ ਕੰਪਿਊਟਰਾਂ ਦੀ ਪ੍ਰੋਸੈਸਿੰਗ ਦੀ ਗਤੀ ਕੀ ਸੀ। ਤਾਂ ਜਿਹੜੇ ਪਹਿਲੀ ਪੀੜ੍ਹੀ ਦੇ ਕੰਪਿਊਟਰ, ਜਿਹੜੇ ਫਸਟ ਜਨਰੇਸ਼ਨ ਦੇ ਕੰਪਿਊਟਰ ਹੈ ਰਾਜੇ, ਉਹਨਾਂ ਦੀ ਗਤੀ ਕੀ ਸੀਗੀ। ਤਾਂ ਮਿਲੀ ਸੈਕਿੰਡ ਸੀਗੀ, ਮਾਈਕਰੋ ਸੀਗੀ, ਨੈਨੋ ਸੀ, ਜਾਂ ਪਿਕੋ ਸੀ। ਤਾਂ ਸਭ ਦਾ ਰਾਈਟ ਹੋਣਾ ਚਾਹੀਦਾ ਆਨਸਰ ਰਾਜੇ ਇਹ ਸੀਗੇ ਮਿਲੀ ਸੈਕਿੰਡ। ਮੈਂ ਸਪੈਸ਼ਲ ਬੋਲਿਆ ਸੀ ਉੱਥੇ, ਮਿਲੀ ਸੈਕਿੰਡ ਦੇ ਵਿੱਚ ਮਾਪੀ ਜਾਂਦੀ ਸੀਗੀ ਫਸਟ ਕੰਪਿਊਟਰ ਦੀ ਪ੍ਰੋਸੈਸਿੰਗ ਸਪੀਡ। ਚਲੋ ਸਟਾਰਟ ਕਰਦੇ ਹਾਂ। ਨੈਕਸਟ ਕੁਐਸਚਨ ਵੱਲ ਵੱਧਦੇ ਹਾਂ ਆਪਾਂ। ਕੀ ਕਹਿ ਰਿਹਾ, ਇੱਕ ਆਪਾਂ ਨੂੰ ਫੁੱਲ ਫਾਰਮ ਦਿੱਤੀ ਹੈ, ਐਬਰੀਵੇਸ਼ਨ ਦਿੱਤੀ ਹੈ, ਕਹਿੰਦਾ VGA। ਤਾਂ VGA ਕੀ ਹੈ, ਕਹਿੰਦਾ ਵਿਜ਼ੂਅਲ ਗ੍ਰਾਫਿਕਸ ਐਰੇ, ਵੀਡੀਓ ਗ੍ਰਾਫਿਕਸ ਐਰੇ, ਵੋਲੇਟਾਈਲ ਗ੍ਰਾਫਿਕਸ ਐਰੇ, ਜਾਂ ਵੀਡੀਓ ਗ੍ਰਾਫਿਕ ਅਡਾਪਟਰ।
ਤੁਸੀਂ ਦੱਸਣਾ ਇਹਦੇ ਵਿੱਚੋਂ ਰਾਈਟ ਆਨਸਰ ਕੀ ਹੈ। ਤਦ ਤੱਕ ਮੈਂ ਪੰਜਾਬੀ ਦੇ ਵਿੱਚ ਪੜ੍ਹਦਾ ਇੱਕ ਵਾਰੀ। ਕਹਿੰਦਾ VGA ਕੀ ਹੈ? ਕਹਿੰਦਾ ਵਿਜ਼ੂਅਲ ਗ੍ਰਾਫਿਕ ਐਰੇ ਹੈ, ਵੀਡੀਓਗ੍ਰਾਫਿਕ ਐਰੇ ਹੈ, ਵੋਲੇਟਾਈਲ ਗ੍ਰਾਫਿਕ ਐਰੇ ਹੈ ਜਾਂ ਵੀਡੀਓਗ੍ਰਾਫਿਕ ਅਡਾਪਟਰ ਹੈ। ਤਾਂ ਤੁਹਾਨੂੰ ਮੈਂ ਕਰਵਾਇਆ ਹੋਇਆ ਰਾਜੇ ਆਊਟਪੁੱਟ ਡਿਵਾਈਸਿਸ ਦੇ ਵਿੱਚ ਮੈਂ ਮੋਨੀਟਰ ਪੜ੍ਹਾਇਆ ਸੀ, ਉੱਥੇ ਮੈਂ ਪੜ੍ਹਾਇਆ ਸੀ VGA। ਤਾਂ VGA ਹੁੰਦਾ ਰਾਜੇ ਤੁਹਾਡਾ ਵੀਡੀਓਗ੍ਰਾਫਿਕ ਐਰੇ। ਯਾਦ ਰੱਖਿਓ ਬੱਚੇ ਕੀ ਕਰਦੇ ਆ, ਵੋਲੇਟਾਈਲ ਲਗਾ ਕੇ ਆ ਜਾਂਦੇ ਆ ਜਾਂ ਵੀਡੀਓਗ੍ਰਾਫਿਕ ਅਡਾਪਟਰ ਲਗਾ ਕੇ ਆ ਜਾਂਦੇ ਆ। ਤਾਂ ਯਾਦ ਰੱਖਣਾ ਵੀਡੀਓਗ੍ਰਾਫਿਕਸ ਐਰੇ ਕਿਹਾ ਜਾਂਦਾ ਰਾਜੇ VGA ਇਹਨੂੰ। ਨੈਕਸਟ ਗੱਲ ਕਰਦੇ ਹਾਂ ਫਿਰ ਇਨਪੁੱਟ ਆਊਟਪੁੱਟ ਡਿਵਾਈਸਿਸ ਤੇ ਕੁਐਸਚਨ ਪੁੱਛਿਆ ਗਿਆ ਹੈ। ਕਹਿੰਦਾ ਇਹ ਕਾਈਂਡ ਆਫ ਏ ਸਕੈਨਰ। ਤਾਂ ਤੁਹਾਨੂੰ ਮੈਂ ਸਕੈਨਰ ਪੜ੍ਹਾਇਆ ਸੀ MICR, OCR, OMR। ਤਾਂ MICR ਕਹਿੰਦਾ ਵੀ ਇਹਦੀ ਫੁੱਲ ਫਾਰਮ ਕੀ ਹੈ? ਮੈਗਨੈਟਿਕ ਇੰਕ ਕਰੈਕਟਰ ਰੀਡਰ, ਮੈਗਨੈਟਿਕ ਇੰਕ ਕੋਡ ਰੀਡਰ, ਮੈਗਨੈਟਿਕ ਇੰਕ ਕੇਸਿਸ ਰੀਡਰ ਜਾਂ ਕੁਝ ਵੀ ਨਹੀਂ। ਠੀਕ ਹੈ, ਤੁਸੀਂ ਇਹਨਾਂ ਵਿੱਚੋਂ ਰਾਈਟ ਆਨਸਰ ਦੱਸਣਾ ਵੀ MICR ਦੀ ਫੁੱਲ ਫਾਰਮ ਕੀ ਬਣਦੀ ਹੈ। ਠੀਕ ਹੈ, ਮੈਂ ਪੰਜਾਬੀ ਦੇ ਵਿੱਚ ਪੜ੍ਹਦਾ ਰਾਜੇ। MICR ਤੋਂ ਕੀ ਭਾਵ ਹੈ? ਕਹਿੰਦਾ ਮੈਗਨੈਟਿਕ ਇੰਕ ਕਰੈਕਟਰ ਰੀਡਰ ਹੈ, ਮੈਗਨੈਟਿਕ ਕੋਡ ਕਰੈਕਟਰ ਰੀਡਰ, ਮੈਗਨੈਟਿਕ ਇੰਕ ਕੇਸ ਰੀਡਰ ਜਾਂ ਕੋਈ ਵੀ ਨਹੀਂ। ਤਾਂ ਤੁਹਾਨੂੰ ਸਾਰਿਆਂ ਨੂੰ ਇਹ 101% ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲੂਗਾ ਪਟਵਾਰੀ ਦੇ ਵਿੱਚ, ਇਹ ਮੇਰੀ ਗਾਰੰਟੀ ਹੈ। ਤਾਂ ਇਹ ਹੈਗਾ ਰਾਜੇ ਮੈਗਨੈਟਿਕ ਇੰਕ ਕਰੈਕਟਰ ਰੀਡਰ। ਤਾਂ ਇੰਗਲਿਸ਼ ਦੇ ਵਿੱਚ ਕਈ ਵਾਰੀ ਮੈਗਨੈਟਿਕ ਇੰਕ ਕਰੈਕਟਰ ਰੈਕੋਨਾਈਜੇਸ਼ਨ ਵੀ ਕਹਿ ਦੂਗਾ ਤੇ ਰੀਡਰ ਵੀ ਠੀਕ ਹੈ ਤੇ ਰੈਕੋਨਾਈਜੇਸ਼ਨ ਵੀ ਠੀਕ ਹੈ। ਠੀਕ ਹੈ, ਦੋਨੇ ਕੀ ਨੇ? ਸਿਨੋਨੀਅਮ ਨੇ ਇੱਕ ਦੂਜੇ ਦੇ। ਤਾਂ ਰਾਈਟ ਆਨਸਰ ਕੀ ਹੋ ਜਾਊਗਾ ਤੁਹਾਡਾ A। ਆਈ ਹੋਪ ਸਭ ਦਾ ਆਨਸਰ ਕੀ ਹੋਊਗਾ? ਰਾਈਟ ਹੋਊਗਾ। ਜਿਹਦਾ ਭਾਈ ਰੋਂਗ ਹੈ ਜਾ ਕੇ ਜ਼ਰੂਰ ਇੱਕ ਵਾਰੀ ਥਿਊਰੀ ਦੇਖਿਓ। ਨੈਕਸਟ ਗੱਲ ਕਰਦੇ ਆ। ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਕਲਾਸ ਬੇਸਡ ਔਨ ਸਾਈਜ਼। ਤਾਂ ਤੁਹਾਨੂੰ ਮੈਂ ਕੰਪਿਊਟਰ ਕਰਵਾਏ ਸੀ ਹੁਣੇ ਜੇ। ਐਨਾਲੌਗ ਕੰਪਿਊਟਰ ਹੋ ਗਿਆ, ਡਿਜੀਟਲ ਕੰਪਿਊਟਰ ਹੋ ਗਿਆ, ਹਾਈਬ੍ਰਿਡ ਕੰਪਿਊਟਰ ਹੋ ਗਿਆ। ਤਾਂ ਕਹਿੰਦਾ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਕਲਾਸ ਦੇ ਬੇਸ ਦੇ ਉੱਪਰ ਕੰਪਿਊਟਰ ਨਹੀਂ ਹੈਗਾ? ਤਾਂ ਮੇਨ ਫਰੇਮ ਕੰਪਿਊਟਰ, ਮਾਈਕਰੋ ਕੰਪਿਊਟਰ, ਮਿਨੀ ਕੰਪਿਊਟਰ ਜਾਂ ਡਿਜੀਟਲ ਕੰਪਿਊਟਰ। ਤੁਸੀਂ ਇਹਦਾ ਆਨਸਰ ਸੋਚਣਾ। ਤਦ ਤੱਕ ਮੈਂ ਪੰਜਾਬੀ ਦੇ ਵਿੱਚ ਪੜ੍ਹਦਾ। ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਆਕਾਰ ਦੇ ਆਧਾਰ ਤੇ ਇੱਕ ਕੰਪਿਊਟਰ ਦੀ ਕਿਸਮ ਨਹੀਂ ਹੈ? ਜੇ ਆਪਾਂ ਸਾਈਜ਼ ਤੇ ਬੇਸ ਤੇ ਗੱਲ ਕਰੀਏ ਕਿਹੜੇ ਇਹਨਾਂ ਵਿੱਚ ਨਹੀਂ ਹੈਗਾ, ਚਾਹੇ ਉਹ ਮੇਨ ਫਰੇਮ ਹੈ, ਮਾਈਕਰੋ ਹੈ, ਮਿਨੀ ਹੈ ਜਾਂ ਡਿਜੀਟਲ ਹੈ। ਤਾਂ ਰਾਜੇ ਇਹ ਡਿਜੀਟਲ ਹੈਗਾ, ਇਹ ਹੈਗਾ ਟਾਈਪ ਦੇ ਬੇਸ ਤੇ। ਇਹ ਕਿਹਦੇ ਬੇਸ ਤੇ ਹੈ? ਟਾਈਪ ਦੇ ਬੇਸ ਤੇ ਹੈ, ਕਿਉਂਕਿ ਆਪਾਂ ਪੜ੍ਹੇ ਸੀਗੇ ਐਨਾਲੌਗ ਕੰਪਿਊਟਰ, ਡਿਜੀਟਲ ਕੰਪਿਊਟਰ, ਹਾਈਬ੍ਰਿਡ ਕੰਪਿਊਟਰ। ਤਾਂ ਰਾਈਟ ਆਨਸਰ ਕੀ ਹੋ ਜਾਊਗਾ ਰਾਜੇ? ਡਿਜੀਟਲ ਕੰਪਿਊਟਰ ਕੀ ਹੋ ਜਾਊਗਾ? ਰਾਈਟ ਆਨਸਰ ਹੋ ਜਾਊਗਾ। ਨੈਕਸਟ ਮੂਵ ਕਰਦੇ ਆਪਾਂ। ਅਗਲਾ ਕੁਐਸਚਨ ਮੈਂ ਪੰਜਾਬੀ ਦੇ ਵਿੱਚ ਪਹਿਲਾਂ ਪੜ੍ਹਦਾ। ਕਹਿੰਦਾ ਏਡ ਦਿੱਤੀ ਡਿਸਕ ਦੇ ਵਿੱਚੋਂ ਕਿਹੜੀ ਫਿਕਸਡ ਡਿਸਕ ਹੈ? ਮਤਲਬ ਕਹਿੰਦਾ ਵੀ ਜਿਹੜੀਆਂ ਥੱਲੇ ਡਿਸਕ ਦੇ ਆਪਸ਼ਨਾਂ ਦਿੱਤੀਆਂ ਉਹਨਾਂ ਵਿੱਚੋਂ ਕਿਹੜੀ ਫਿਕਸ ਹੈ, ਜਿਹਨੂੰ ਆਪਾਂ ਕੱਢ ਨਹੀਂ ਸਕਦੇ, ਜਿਹੜੀ ਕੰਪਿਊਟਰ ਦੇ ਮਦਰਬੋਰਡ ਤੇ ਲੱਗੀ ਹੁੰਦੀ ਹੈ? ਹਾਰਡ ਡਿਸਕ, ਫਲੈਸ਼ ਡਿਸਕ, ਬਲੂ ਰੇ ਡਿਸਕ ਜਾਂ DVD। ਤਾਂ ਤੁਸੀਂ ਆਨਸਰ ਸੋਚ ਲਓ। ਤਦ ਤੱਕ ਮੈਂ ਇੰਗਲਿਸ਼ ਦੇ ਵਿੱਚ ਪੜ੍ਹਦਾ, ਕਿਉਂਕਿ ਆਪਣੇ ਨਾਲ ਦੋਨੇ ਤਰ੍ਹਾਂ ਦੇ ਬੱਚੇ ਜੁੜੇ ਹੋਏ ਆ, ਇੰਗਲਿਸ਼ ਸਬਜੈਕਟ ਵਾਲੇ ਵੀ ਤੇ ਪੰਜਾਬੀ ਮੀਡੀਅਮ ਵਾਲੇ ਵੀ। ਕਹਿੰਦਾ ਵਿਚ ਆਫ ਦਾ ਫੋਲੋਇੰਗ ਡਿਸਕ ਇਜ਼ ਫਿਕਸਡ ਡਿਸਕ? ਹਾਰਡ ਡਿਸਕ, ਫਲੈਸ਼ ਡਿਸਕ, ਬਲੂ ਰੇ ਜਾਂ DVD। ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਰਾਜੇ, ਮੈਂ ਕਰਵਾਇਆ ਸੀ ਜਿਹੜੀ ਹਾਰਡ ਡਿਸਕ ਹੁੰਦੀ ਹੈ ਉਹ ਕੀ ਹੈ? ਫਿਕਸ ਹੁੰਦੀ ਹੈ ਮਦਰਬੋਰਡ ਦੇ ਉੱਪਰ। ਇਹਨੂੰ ਕਿਹਾ ਜਾਂਦਾ ਹੈ ਫਿਕਸ ਡਿਸਕ ਕਿਹਾ ਜਾਂਦਾ ਹੈ। ਰਾਈਟ ਹੈ ਜੀ। ਅੱਗੇ ਵੱਲ ਵੱਧਦੇ ਆਪਾਂ। ਕਹਿੰਦਾ ਇੱਕ ਸ਼ਬਦ ਜਿਹੜਾ ਅਬੈਕਸ, ਨਾ ਮੈਂ ਅਬੈਕਸ ਕੰਪਿਊਟਰ ਕਰਵਾਇਆ ਸੀ, ਜਿਹੜਾ ਸਭ ਤੋਂ ਪਹਿਲਾ ਕੰਪਿਊਟਰ ਫਾਊਂਡ ਹੋਇਆ ਸੀ ਚਾਈਨਾ ਦੇ ਵਿੱਚ। ਕਹਿੰਦਾ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ? ਲਤੀਨੀ ਭਾਸ਼ਾ ਤੋਂ, ਯੂਨਾਨੀ ਤੋਂ, ਸੰਸਕ੍ਰਿਤ ਤੋਂ ਜਾਂ ਪ੍ਰਾਚੀਨ ਮਿਸਰ ਤੋਂ। ਤਾਂ ਇੰਗਲਿਸ਼ ਦੇ ਵਿੱਚ ਵੀ ਪੜ੍ਹ ਲੈਂਦੇ ਆਪਾਂ, ਤਦ ਤੱਕ ਤੁਸੀਂ ਆਨਸਰ ਸੋਚ ਲਿਓ। ਕਹਿੰਦਾ ਦਾ ਵਰਡ ਅਬੈਕਸ ਇਜ਼ ਡਰਾਈਵਡ ਫਰੋਮ ਦਾ ਅਬੈਸ। ਵਰਡ ਫਰੋਮ ਕਿੱਥੋਂ ਆਇਆ ਵਰਡ? ਕਹਿੰਦਾ ਲੈਟਿਨ ਤੋਂ ਆਇਆ, ਗ੍ਰੀਕ ਤੋਂ ਆਇਆ, ਸੰਸਕ੍ਰਿਤ ਤੋਂ ਆਇਆ ਜਾਂ ਏਸ਼ੀਅੰਟ ਇਜਿਪਟ ਤੋਂ ਆਇਆ। ਤਾਂ ਰਾਈਟ ਆਨਸਰ ਤੁਹਾਨੂੰ ਮੈਂ ਕਰਵਾਇਆ ਵੀ ਹੋਇਆ ਰਾਜੇ, ਲੈਟਿਨ ਭਾਸ਼ਾ ਤੋਂ ਆਇਆ, ਜਿਹਨੂੰ ਲਤੀਨੀ ਭਾਸ਼ਾ ਕਿਹਾ ਜਾਂਦਾ ਪੰਜਾਬੀ ਦੇ ਵਿੱਚ। ਤਾਂ ਲੈਟਿਨ ਲੈਂਗੁਏਜ ਤੋਂ ਲਿਆ ਗਿਆ ਵਰਡ ਅਬੈਕਸ। ਰਾਈਟ ਹੈ ਜੀ। ਨੈਕਸਟ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਵੱਲ। ਕਹਿੰਦਾ ਇਹਨਾਂ ਵਿੱਚੋਂ ਕਿਹੜੀ ਮੈਮਰੀ ਮੀਡੀਅਮ ਮੁੱਖ ਮੈਮਰੀ ਪ੍ਰਣਾਲੀ ਦੇ ਤੌਰ ਤੇ ਨਹੀਂ ਵਰਤਿਆ ਜਾਂਦਾ? ਤਾਂ ਤੁਹਾਨੂੰ ਮੈਂ ਕਰਵਾਇਆ ਸੀ ਮੈਮਰੀ ਵਾਲਾ ਰਾਜੇ। ਉਹਦੇ ਵਿੱਚ ਮੇਨ ਮੈਮਰੀ ਪੜ੍ਹੀ ਸੀ ਆਪਾਂ, ਸੈਕੰਡਰੀ ਮੈਮਰੀ ਪੜ੍ਹੀ ਸੀ, ਕੈਸ਼ੇ ਪੜ੍ਹੇ ਸੀ, ਰਜਿਸਟਰ ਪੜ੍ਹਿਆ ਸੀ। ਤਾਂ ਕਹਿੰਦਾ ਹੇਠ ਲਿਖਿਆਂ ਦੇ ਵਿੱਚੋਂ ਕਿਹਨੂੰ ਆਪਾਂ ਕਹਿੰਦਾ ਮੇਨ ਮੈਮਰੀ ਦੇ ਤੌਰ ਤੇ ਨਹੀਂ ਵਰਤਦੇ? ਮੈਗਨੈਟਿਕ ਮੈਮਰੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਚੁੰਬਕੀ ਕੋਰ, ਅਰਧ ਕੰਡਕਟਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸੈਮੀ ਕੰਡਕਟਰ, ਚੁੰਬਕੀ ਟੇਪ ਜਿਹਨੂੰ ਆਪਾਂ ਮੈਗਨੈਟਿਕ ਟੇਪ ਕਹਿ ਦਿੰਦੇ ਹਾਂ, ਜਾਂ ਕਹਿੰਦਾ ਆਪਸ਼ਨ A ਔਰ ਆਪਸ਼ਨ B। ਤੁਸੀਂ ਆਨਸਰ ਸੋਚ ਲਓ। ਮੈਂ ਇੰਗਲਿਸ਼ ਦੇ ਵਿੱਚ ਪੜ੍ਹਦਾ ਇੱਕ ਵਾਰੀ। ਕਹਿੰਦਾ ਵਿਚ ਆਫ ਦਾ ਫੋਲੋਇੰਗ ਮੈਮਰੀ ਮੀਡੀਅਮ ਇਜ਼ ਨਾਟ ਯੂਜ਼ਡ ਐਜ਼ ਏ ਮੇਨ ਮੈਮਰੀ? ਤਾਂ ਰਾਜੇ ਮੈਗਨੈਟਿਕ ਕੋਰ, ਸੈਮੀ ਕੰਡਕਟਰ, ਮੈਗਨੈਟਿਕ ਟੇਪ ਜਾਂ A ਐਂਡ B। ਇਹਦਾ ਰਾਈਟ ਆਨਸਰ ਹੈਗਾ ਰਾਜੇ ਜਿਹੜੀ ਮੈਗਨੈਟਿਕ ਟੇਪ ਹੁੰਦੀ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਰੀਲ ਟੇਪ, ਜਿਹੜੀ ਪੁਰਾਣੇ ਟਾਈਮ ਤੇ ਚੱਲਦੀ ਸੀਗੀ।
ਤਾਂ ਉਹ ਮੇਨ ਮੈਮਰੀ ਦੇ ਵਾਸਤੇ ਨਹੀਂ ਵਰਤੀ ਜਾਂਦੀ ਸੀ, ਉਹ ਕੀ ਸੀਗੀ ਰਾਜੇ, ਉਹ ਸੈਕੰਡਰੀ ਵਾਸਤੇ ਵਰਤੀ ਜਾਂਦੀ ਸੀ। ਉਹਦੇ ਵਿੱਚ ਆਪਾਂ ਡਾਟਾ ਮੂਵ ਕਰਾਉਂਦੇ ਸੀਗੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ, ਕਿਉਂਕਿ ਉਦੋਂ ਪੈਨ ਡਰਾਈਵ ਨਹੀਂ ਹੁੰਦੀ ਸੀਗੀਆਂ, CD ਨਹੀਂ ਹੁੰਦੀ ਸੀਗੀ, ਫਲੋਪੀ ਡਿਸਕ ਨਹੀਂ ਹੁੰਦੀ ਸੀਗੀ, ਰਾਈਟ ਹੈ। ਤਾਂ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ ਆ, ਜਾਣ ਕੇ ਘੁਮਾ ਫਿਰਾ ਕੇ ਤੁਸੀਂ ਆਪਣਾ ਦਿਮਾਗ ਖੋਲ ਕੇ ਆਨਸਰ ਕਰਨਾ ਹੈ। ਨੈਕਸਟ ਗੱਲ ਕਰਦੇ ਆ, ਕਹਿੰਦਾ ਆਨਲਾਈਨ ਬੈਂਕਿੰਗ ਸਟੋਰੇਜ ਪ੍ਰਣਾਲੀ ਦੇ ਕਹਿੰਦਾ ਵਿੱਚ ਵਿਸ਼ਾਲ ਮਾਤਰਾ ਦੇ ਵਿੱਚ ਡਾਟਾ ਸਟੋਰ ਕਰਨ ਦੇ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਸਮਰੱਥ ਹੈ। ਤਾਂ ਕਹਿੰਦਾ ਵੀ ਜਿਹੜੇ ਬੈਂਕਿੰਗ ਹੁੰਦੀ ਹੈ ਉਹਦੇ ਵਿੱਚ ਡਾਟਾ ਜ਼ਿਆਦਾ ਸਟੋਰ ਕੀਤਾ ਜਾਂਦਾ ਹੈ, ਤਾਂ ਹੇਠ ਲਿਖਿਆਂ ਵਿੱਚੋਂ ਕਹਿੰਦਾ ਕਿਹੜੀ ਉਹਨੂੰ ਸਟੋਰ ਕਰਨ ਵਾਸਤੇ ਸਮਰੱਥ ਹੈ, CPU, ਮੈਮਰੀ, ਮਾਸ ਮੈਮਰੀ ਜਾਂ ਸੈਕੰਡਰੀ ਸਟੋਰੇਜ। ਤੁਸੀਂ ਦੱਸਣਾ ਇਹਨਾਂ ਦੇ ਵਿੱਚੋਂ ਕਿਹੜਾ ਰਾਈਟ ਆਨਸਰ ਹੈ। ਮੈਂ ਇੰਗਲਿਸ਼ ਦੇ ਵਿੱਚ ਪੜ੍ਹਨਾ ਰਾਜੇ ਇੱਕ ਵਾਰੀ। ਕਹਿੰਦਾ ਆਨਲਾਈਨ ਬੈਂਕਿੰਗ ਸਟੋਰੇਜ ਸਿਸਟਮ ਕੈਪੇਬਲ ਆਫ ਸਟੋਰਿੰਗ ਲਾਰਜ ਕੁਆਂਟੀਟੀਜ਼ ਆਫ ਡਾਟਾ, CPU, ਮੈਮਰੀ, ਮਾਸ ਸਟੋਰੇਜ ਜਾਂ ਸੈਕੰਡਰੀ ਸਟੋਰੇਜ। ਤਾਂ ਜਦੋਂ ਦੇਖੋ ਕੋਈ ਚੀਜ਼ ਵੱਧ ਹੁੰਦੀ ਹੈ ਉਹਨੂੰ ਕਹਿ ਦਿੰਦੇ ਆ ਮਾਸ, ਤਾਂ ਮਾਸ ਸਟੋਰੇਜ ਹੁੰਦੀ ਹੈ ਰਾਜੇ ਜਿਹੜੀ ਕੀ ਕਰਦੀ ਹੈ, ਸਭ ਤੋਂ ਵੱਧ ਡਾਟਾ ਸਟੋਰ ਕਰਦੀ ਹੈ। ਤਾਂ ਰਾਈਟ ਆਨਸਰ ਤੁਹਾਡਾ ਹੋ ਜਾਊਗਾ C। ਓਕੇ ਜੀ, ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਆਪਾਂ। ਕਹਿੰਦਾ ਹਾਂਜੀ, ਕਹਿੰਦਾ ਇੱਕ ਕਿਸਮ ਦਾ ਸੀਰੀਅਲ ਡਾਟ ਮੈਟ੍ਰਿਕਸ ਪ੍ਰਿੰਟਰ ਜੋ ਕਿ ਕਹਿੰਦਾ ਚੁੰਬਕੀ ਚਾਰਜ ਸਾਈਜ਼ ਸਪਰੇ ਨਾਲ ਪ੍ਰਿੰਟ ਕਰਦਾ ਹੈ। ਤਾਂ ਤੁਹਾਨੂੰ ਮੈਂ ਰਾਜੇ ਕਰਵਾਇਆ ਸੀ ਨਾ, ਇਨਪੁਟ ਆਉਟਪੁੱਟ ਡਿਵਾਈਸਿਸ ਦੇ ਵਿੱਚ ਕਰਵਾਇਆ ਸੀਗਾ ਵੀ ਇੱਕ ਪ੍ਰਿੰਟਰ ਹੁੰਦਾ ਜਿਹੜਾ ਕਿ ਸਪਰੇ ਕਰਦਾ ਸ਼ਾਈ ਨੂੰ, ਤੇ ਫਿਰ ਕੀ ਬਣਦੇ ਨੇ ਤੁਹਾਡੇ ਕੋਲੇ ਅੱਖਰ ਬਣਦੇ ਨੇ ਜਿਹੜਾ ਕਿ ਡਾਟ ਸਪਰੇ ਕਰਦਾ ਹੈ। ਕਹਿੰਦਾ ਉਸ ਪ੍ਰਿੰਟਰ ਨੂੰ ਹੋਰ ਕਿਹੜੇ ਨਾਮ ਨਾਲ ਬਣਾਇਆ ਜਾਂਦਾ, ਜਾਂ ਉਸ ਪ੍ਰਿੰਟਰ ਨੂੰ ਕੀ ਕਹਿੰਦੇ ਆ। ਜਿਵੇਂ ਉਹਨੂੰ ਵੈਸੇ ਤਾਂ ਕਹਿ ਦਿੰਦੇ ਆ ਡਾਟ ਮੈਟ੍ਰਿਕਸ ਪ੍ਰਿੰਟਰ, ਪਰ ਉਹਨੂੰ ਇੱਕ ਹੋਰ ਨਾਮ ਦੇ ਨਾਲ ਹੋਰ ਬੁਲਾਇਆ ਜਾਂਦਾ ਰਾਜੇ। ਉਹ ਲੇਜ਼ਰ ਪ੍ਰਿੰਟਰ ਹੁੰਦਾ ਹੈ, ਇੰਕਜੈਟ ਪ੍ਰਿੰਟਰ ਹੁੰਦਾ ਹੈ, ਡਰਮ ਪ੍ਰਿੰਟਰ ਹੁੰਦਾ ਜਾਂ ਚੇਨ ਪ੍ਰਿੰਟਰ। ਮਤਲਬ ਕਿ ਉਹ ਕਿਹੜੀ ਕੈਟਾਗਰੀ ਦੇ ਵਿੱਚ ਆਉਂਦਾ ਹੈ ਤੁਸੀਂ ਮੈਨੂੰ ਦੱਸਣਾ ਹੈ। ਮੈਂ ਹੁਣ ਦੇਰ ਇੰਗਲਿਸ਼ ਦੇ ਵਿੱਚ ਪੜ੍ਹਨਾ ਇੱਕ ਵਾਰੀ ਕੁਐਸਚਨ। ਕਹਿੰਦਾ ਏ ਕਾਈਂਡ ਆਫ ਦਾ ਸੀਰੀਅਲ ਡਾਟ ਮੈਟ੍ਰਿਕਸ ਪ੍ਰਿੰਟਰ that form characters with the magnetically charged ink sprayed dots। ਉਹਨੂੰ ਕੀ ਕਹਿੰਦੇ ਆ ਰਾਜੇ, ਲੇਜ਼ਰ ਕਹਿੰਦੇ ਆ, ਇੰਕਜੈਟ ਕਹਿੰਦੇ ਆ, ਡਰਮ ਕਹਿੰਦੇ ਆ ਜਾਂ ਚੇਨ ਪ੍ਰਿੰਟਰ। ਜੇ ਨਹੀਂ ਪਤਾ ਤਾਂ ਰਾਜੇ ਨੋਟ ਕਰ ਲਿਓ, ਇਹਨੂੰ ਕਹਿ ਦਿੰਦੇ ਆ ਇੰਕਜੈਟ ਪ੍ਰਿੰਟਰ। ਤਾਂ ਰਾਈਟ ਆਨਸਰ ਕੀ ਹੋ ਜਾਊਗਾ ਤੁਹਾਡਾ, B ਹੋ ਜਾਊਗਾ। ਦੇਖੋ ਇਹ ਸਾਰੇ ਮੈਂ ਥਿਊਰੀ ਕਰਵਾ ਰੱਖੀ ਹੈ, ਤੁਸੀਂ ਕਿਤੇ ਵੀ ਹੋਰ ਕਿਤੇ ਪੜ੍ਹੋਗੇ ਤੁਹਾਨੂੰ ਡਾਇਰੈਕਟ MCQ ਕਰਵਾਏ ਜਾਣਗੇ, ਨਾਲ ਤੁਹਾਨੂੰ ਐਕਸਟਰਾ ਫੈਕਟ ਨਹੀਂ ਦੱਸੇ ਜਾਣਗੇ। ਤਾਂ ਤੁਸੀਂ ਕੰਟੈਂਟ ਦੀ ਦੇਖੋ, ਕੰਟੈਂਟ ਦੀ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ ਕਿੱਥੇ ਸਹੀ ਪੜ੍ਹਾਇਆ ਜਾ ਰਿਹਾ ਕਿੱਥੇ ਨਹੀਂ ਪੜ੍ਹਾਇਆ ਜਾ ਰਿਹਾ। ਤਾਂ ਆਪਣੇ ਆਪ ਸਿਆਣੇ ਬਣੋ। ਦੇਖੋ ਕਿਸੇ ਨੇ ਵੀ ਤੁਹਾਨੂੰ ਆ ਕੇ ਦੱਸਣਾ ਨਹੀਂਗਾ, ਪਰ ਟਾਈਮ ਟੂ ਟਾਈਮ ਤੁਹਾਨੂੰ ਮੈਂ ਦੱਸਦਾ ਵੀ ਰਹਿਣਾ, ਤੇ ਤੁਸੀਂ ਆਪ ਵੀ ਕੰਟੈਂਟ ਦੀ ਪਰਖ ਕਰਨੀ ਹੈ। ਅੱਗੇ ਗੱਲ ਕਰਦੇ ਹਾਂ, ਤੁਹਾਨੂੰ ਮੈਂ ਇੱਕ ਕੰਪਿਊਟਰ ਪੜ੍ਹਾਇਆ ਸੀ ਮਾਰਕ 1। ਕਹਿੰਦਾ ਜਿਹੜਾ ਮਾਰਕ 1 ਕੰਪਿਊਟਰ ਹੈ ਉਹਨੂੰ ਕਿਸੇ ਹੋਰ ਨਾਮ ਦੇ ਨਾਲ ਵੀ ਜਾਣਿਆ ਜਾਂਦਾ, ਉਹ ਨਾਮ ਤੁਸੀਂ ਦੱਸਣਾ ਵੀ ਕਿਹੜਾ ਹੈ। ਕਹਿੰਦਾ ਅਮਰੀਕਨ ਸੀਕੁਐਂਸ ਕੰਟਰੋਲਡ ਕੈਲਕੂਲੇਟਰ, ਸੀਕੁਐਂਸ ਕੰਟਰੋਲ ਕੈਲਕੂਲੇਟਰ ਹੈ, ਜਾਂ ਕਹਿੰਦਾ ਆਟੋਮੈਟਿਕ ਸੀਕੁਐਂਸ ਹੈ ਰਾਜੇ, ਸੀਕੁਐਂਸ ਲਿਖਿਆ ਗਿਆ ਗਲਤੀ ਦੇ ਨਾਲ, ਸੀਕੁਐਂਸ ਹੈ ਇੱਥੇ ਨੋਟ ਕਰ ਲਿਓ। ਕਹਿੰਦਾ ਆਟੋਮੈਟਿਕ ਸੀਕੁਐਂਸ ਕੈਲਕੂਲੇਟਿੰਗ ਕੰਟਰੋਲਰ, ਜਾਂ ਕਹਿੰਦਾ ਅਮਰੀਕਨ ਸੀਕੁਐਂਸ ਕੰਟਰੋਲਡ ਕੰਪਿਊਟਰ ਹੈ, ਜਾਂ ਕਹਿੰਦਾ ਹੈਗਾ ਆਟੋਮੈਟਿਕ ਸੀਕੁਐਂਸ ਕੰਟਰੋਲਡ ਕੈਲਕੂਲੇਟਰ। ਤੁਸੀਂ ਇਹਨਾਂ ਦੇ ਵਿੱਚੋਂ ਆਨਸਰ ਸੋਚ ਲਓ, ਮੈਂ ਇੰਗਲਿਸ਼ ਦੇ ਵਿੱਚ ਪੜ੍ਹਦਾ ਇੱਕ ਵਾਰੀ। ਕਹਿੰਦਾ ਮਾਰਕ 1 ਨੂੰ ਕੀ ਕਹਿੰਦੇ ਆ, ਅਮਰੀਕਨ ਸੀਕੁਐਂਸ ਕੰਟਰੋਲ ਕੈਲਕੂਲੇਟਰ ਕਹਿੰਦੇ ਆ, ਆਟੋਮੈਟਿਕ ਸੀਕੁਐਂਸ ਕੈਲਕੂਲੇਟਿੰਗ ਕੰਟਰੋਲਰ ਕਹਿੰਦੇ ਆ, ਜਾਂ ਫਿਰ ਕਹਿੰਦੇ ਆ ਅਮਰੀਕਨ ਸੀਕੁਐਂਸ ਕੰਟਰੋਲ ਕੰਪਿਊਟਰ, ਜਾਂ ਫਿਰ ਕਹਿੰਦੇ ਆ ਆਟੋਮੈਟਿਕ ਸੀਕੁਐਂਸ ਕੰਟਰੋਲ ਕੰਪਿਊਟਰ। ਤਾਂ ਇੱਥੇ ਕੰਪਿਊਟਰ ਵੀ ਨੋਟ ਕਰ ਲਿਓ, ਥੱਲੇ ਚਲਾ ਗਿਆ ਕੰਪਿਊਟਰ। ਤਾਂ ਰਾਈਟ ਆਨਸਰ ਹੈਗਾ ਰਾਜੇ ਦਾ D। ਇਹਨੂੰ ਕਹਿ ਦਿੰਦੇ ਆ ਆਟੋਮੈਟਿਕ ਸੀਕੁਐਂਸ ਕੰਟਰੋਲ ਕੈਲਕੂਲੇਟਰ ਵੀ ਕਿਹਾ ਜਾਂਦਾ ਹੈ। ਠੀਕ ਹੈ, ਸੌਰੀ ਕੈਲਕੂਲੇਟਰ ਇੱਥੇ ਨੋਟ ਕਰ ਲਿਓ, ਲਾਸਟ ਦੇ ਵਿੱਚ ਕੀ ਹੈ ਕੈਲਕੂਲੇਟਰ ਹੈ। ਠੀਕ ਹੈ, ਤਾਂ ਕੈਲਕੂਲੇਟਰ ਨੋਟ ਕਰ ਲਿਓ, ਇਹਨੂੰ ਕਹਿੰਦੇ ਆ ਆਟੋਮੈਟਿਕ ਸੀਕੁਐਂਸ ਕੰਟਰੋਲ ਕੈਲਕੂਲੇਟਰ। ਰਾਈਟ ਹੈ ਜੀ। ਤਾਂ ਪੰਜਾਬੀ ਦੇ ਵਿੱਚ ਸ਼ਾਇਦ ਮੈਂ ਲਿਖਿਆ ਹੋਇਆ ਦੇਖੋ ਕੈਲਕੂਲੇਟਰ, ਤਾਂ ਇੱਥੋਂ ਨੋਟ ਕਰ ਸਕਦੇ ਹੋ ਤੁਸੀਂ। D ਆਪਸ਼ਨ ਕੀ ਹੈ, ਰਾਈਟ ਹੈ। ਨੈਕਸਟ ਗੱਲ ਕਰਦੇ ਹਾਂ, ਮੈਂ ਮੈਮਰੀ ਵਾਲਾ ਜਦੋਂ ਕਰਵਾਇਆ ਸੀ ਉਹਦੇ ਵਿੱਚ ਮੈਂ ਯੂਨਿਟ ਦੱਸੇ ਸੀਗੇ। ਕਹਿੰਦਾ 8 ਲਿਖਿਆਂ ਦੇ ਵਿੱਚੋਂ ਕਿਹੜਾ ਕਥਨ ਸਹੀ ਹੈ। ਤੁਸੀਂ ਸਹੀ ਦੱਸਣਾ ਵੀ 1 KB ਕਿਹਦੇ ਬਰਾਬਰ ਹੁੰਦਾ, 1024 ਬਾਈਟ ਦੇ, ਜਾਂ 1 MB ਕਿਹਦੇ ਬਰਾਬਰ 1024 ਬਾਈਟ ਦੇ, ਜਾਂ 1 KB ਕਿਹਦੇ ਬਰਾਬਰ ਹੈ 1000 ਬਾਈਟ ਦੇ, ਜਾਂ 1 MB ਕਿਹਦੇ ਬਰਾਬਰ ਹੈ 1000 ਬਾਈਟ ਦੇ। ਮਤਲਬ ਇਹਦੇ ਵਿੱਚੋਂ 3 ਕੀ ਹੋਣਗੀਆਂ, ਗਲਤ ਹੋਣਗੀਆਂ, ਇੱਕ ਸਟੇਟਮੈਂਟ ਕੀ ਹੋਊਗੀ, ਰਾਈਟ ਹੋਊਗੀ। ਤੁਸੀਂ ਰਾਈਟ ਵਾਲੀ ਦੱਸਣੀ ਹੈ। ਠੀਕ ਹੈ, ਤਾਂ ਇੰਗਲਿਸ਼ ਦੇ ਵਿੱਚ ਵੀ ਸੇਮ ਹੀ ਆ ਰਾਜੇ। ਤਾਂ ਤੁਹਾਨੂੰ ਮੈਂ ਕਰਵਾਇਆ ਹੋਇਆ, ਇਹਦਾ ਰਾਈਟ ਆਨਸਰ ਹੈਗਾ 1 KB, ਕਿਉਂਕਿ ਦੇਖੋ ਸਭ ਤੋਂ ਛੋਟੀ ਹੁੰਦੀ ਹੈ ਬਿਟ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜਾਂ ਆਈਦਰ 0 ਹੋਊਗੀ ਜਾਂ 1 ਹੋਊਗੀ। ਜਦੋਂ ਆਪਾਂ ਇਹਨੂੰ ਜੋੜਨਾ ਸ਼ੁਰੂ ਕਰ ਦਾਂਗੇ, ਕੰਬੀਨੇਸ਼ਨ ਬਣਾਉਣਾ ਸ਼ੁਰੂ ਕਰ ਦਾਂਗੇ, ਤਾਂ ਜਿਵੇਂ 4 ਜੋੜਤੀਆਂ ਤੁਹਾਨੂੰ ਕਹਿ ਦਿੰਦੇ ਆ ਨਿੱਬਲ। ਠੀਕ ਹੈ, ਜੋ 4 ਜੋੜਤੀਆਂ ਉਹਨੂੰ ਕੀ ਕਹਿੰਦੇ, ਨਿੱਬਲ ਕਹਿ ਦਿੰਦੇ ਆ। ਜੇ ਮੈਂ 8 ਜੋੜ ਦੂੰਗਾ ਉਹਨੂੰ ਕੀ ਕਹਿ ਦਾਂਗੇ, ਬਾਈਟ ਕਹਿ ਦਾਂਗੇ। ਤੇ ਜੇ ਮੈਂ ਕਿਲੋ ਦਾ ਮਤਲਬ ਹੁੰਦਾ 1000, ਕਿਲੋ ਦਾ ਮਤਲਬ ਕੀ ਹੁੰਦਾ 1000, ਪਰ
ਕੰਪਿਊਟਰ ਦੇ ਵਿੱਚ ਕਿਲੋ ਨੂੰ ਕੀ ਕਹਿੰਦੇ ਆ 1024। ਤਾਂ 1024 ਜਦੋਂ ਬਾਈਟ ਮਿਲ ਜਾਣਗੀਆਂ ਤਾਂ ਕੀ ਬਣਾ ਦੇਣਗੀਆਂ 1 ਕਿਲੋ। ਤਾਂ 1 ਕਿਲੋ ਬਾਈਟ ਕਿਹਦੇ ਬਰਾਬਰ ਹੈ 1024 ਬਾਈਟਸ ਦੇ। ਤਾਂ ਬਾਕੀ ਸਾਰੀ ਕੀ ਹੋ ਜਾਣਗੀਆਂ ਰਾਜੇ ਰੋਂਗ ਆਪਸ਼ਨ ਹੋ ਜਾਣਗੀਆਂ ਤੁਹਾਡੀਆਂ। ਠੀਕ ਹੈ, ਤਾਂ ਦੇਖੋ ਤੁਸੀਂ ਥਿਊਰੀ ਪੜ੍ਹੀ ਹੋਊਗੀ ਤਾਂ ਹੀ ਤੁਸੀਂ ਇਹਦਾ ਆਨਸਰ ਕਰ ਸਕਦੇ ਹੋ, ਅਦਰਵਾਈਜ਼ ਰੱਟੇ ਲਾ ਕੇ ਨਹੀਂ ਆਨਸਰ ਹੋਣਾ। ਨੈਕਸਟ ਗੱਲ ਕਰਦੇ ਹਾਂ ਲੇਟੈਂਸੀ ਸਮਾਂ। ਤਾਂ ਲੇਟੈਂਸੀ ਰੇਟ ਕੀ ਹੁੰਦਾ, ਲੇਟੈਂਸੀ ਟਾਈਮ ਕੀ ਹੁੰਦਾ। ਕਹਿੰਦਾ ਲੋੜੀਂਦੇ ਡਾਟੇ ਨੂੰ ਹੈਡ ਦੇ ਹੇਠਾਂ ਸਪਿਨ ਕਰਨ ਦਾ ਸਮਾਂ, ਲੋੜੀਂਦੇ ਡਾਟੇ ਨੂੰ ਟਰੈਕ ਦੇ ਹੇਠਾਂ ਸਪਿਨ ਕਰਨ ਦਾ ਸਮਾਂ, ਜਾਂ ਕਹਿੰਦਾ ਸੈਕਟਰ ਦੇ ਅਧੀਨ ਡਾਟਾ ਸਪਿਨ ਕਰਨ ਦਾ ਸਮਾਂ। ਤੁਹਾਨੂੰ ਮੈਂ ਦੱਸ ਦਿੰਦਾ ਹੁੰਦਾ ਕੀ ਹੈ। ਮੰਨ ਲਓ ਮੇਰੀ CD ਹੈ, DVD ਹੈ, ਹਾਰਡ ਡਿਸਕ ਹੈ। ਇਹਦੇ ਵਿੱਚ ਕੀ ਹੁੰਦਾ ਮੈਗਨੈਟਿਕ ਮੀਡੀਅਮ ਹੁੰਦਾ, ਇੱਕ ਹੁੰਦਾ ਹੈਡ। ਤਾਂ ਇਹਦੇ ਵਿੱਚ ਕੀ ਹੈ ਜਿਵੇਂ ਟਰੈਕ ਬਣੇ ਹੁੰਦੇ ਆ, ਨਿੱਕੇ ਨਿੱਕੇ ਟਰੈਕ ਬਣੇ ਹੁੰਦੇ ਆ, ਡਾਟਾ ਸਟੋਰ ਹੁੰਦਾ ਹੈ ਨਾ। ਜਿਵੇਂ ਆਪਾਂ ਗਾਣਾ ਸੁਣਦੇ ਹਾਂ ਟਰੈਕ 1 ਸੁਣ ਲਿਆ, ਟਰੈਕ 2 ਸੁਣ ਲਿਆ, ਟਰੈਕ 50 ਸੁਣ ਲਿਆ। ਤਾਂ ਕਹਿੰਦਾ ਲਟੈਂਸੀ ਰੇਟ ਹੁੰਦਾ ਕੀ ਹੈ, ਤੁਹਾਨੂੰ ਮੈਂ ਇੰਗਲਿਸ਼ ਦੇ ਵਿੱਚ ਦੱਸ ਦਿੰਦਾ। ਲਟੈਂਸੀ ਰੇਟ ਵੈਸੇ ਬੇਸਿਕਲੀ ਹੁੰਦਾ ਵੀ ਜਦੋਂ ਵੀ ਡਾਟਾ ਜਿਹੜਾ ਆਪਾਂ ਨੂੰ ਚਾਹੀਦਾ ਹੈ ਉਹ ਜਦੋਂ ਹੈਡ ਦੇ ਥੱਲੇ ਆ ਜਾਂਦਾ ਹੈ। ਹੈਡ ਮਤਲਬ ਕੀ ਹੈ ਜਿਹੜਾ ਕਿ ਡਾਟਾ ਰੀਡ ਕਰੂਗਾ, ਇਹ ਹੈਡ ਜਦੋਂ ਰੀਡ ਕਰੂਗਾ ਵੀ ਜੇ ਆਪਾਂ ਨੂੰ ਮੰਨ ਲਓ ਟਰੈਕ ਨੰਬਰ 1 ਚਾਹੀਦਾ, ਜਦੋਂ ਟਰੈਕ ਨੰਬਰ 1 ਤੇ ਹੈਡ ਚਲਾ ਗਿਆ ਤੇ ਉਹਦੇ ਥੱਲੇ ਉਹੀ ਡਾਟਾ ਆ ਗਿਆ ਜਿਹੜਾ ਆਪਾਂ ਨੂੰ ਚਾਹੀਦਾ ਸੀਗਾ, ਤਾਂ ਉਹਨੂੰ ਕੀ ਕਹਿ ਦਿੰਦੇ ਆ ਰਾਜੇ ਲੇਟੈਂਸੀ ਟਾਈਮ ਕਹਿ ਦਿੰਦੇ ਆ। ਓਕੇ ਜੀ, ਯਾਦ ਰੱਖਿਓ ਪੇਪਰ ਵਾਸਤੇ ਪੁੱਛਿਆ ਜਾਂਦਾ ਵਾਰ-ਵਾਰ। ਬਾਕੀ ਇੱਕ ਹੁੰਦਾ ਸੀਕ ਟਾਈਮ ਹੁੰਦਾ, ਠੀਕ ਹੈ, ਵੱਖਰੇ ਵੱਖਰੇ ਟਾਈਮ ਹੁੰਦੇ ਆ। ਮੈਂ ਕਿਸੇ ਦਿਨ ਵੱਖਰੀ ਵੀਡੀਓ 'ਚ ਕਰਵਾ ਦੂੰਗਾ, ਛੋਟਾ ਜਿਹਾ ਟੌਪਿਕ ਹੈ, 10 ਮਿੰਟ ਦੀ ਵੀਡੀਓ ਬਣਾ ਦਾਂਗੇ ਆਪਾਂ। ਓਕੇ ਜੀ, ਨੈਕਸਟ ਗੱਲ ਕਰਦੇ ਹਾਂ ਕੀ ਕਹਿ ਰਿਹਾ। ਕਹਿੰਦਾ ਕਿਸਨੇ ਪਹਿਲਾ ਕੈਲਕੂਲੇਟਰ ਬਣਾਇਆ। ਠੀਕ ਹੈ, ਮਕੈਨੀਕਲ ਕੈਲਕੂਲੇਟਰ ਤੁਹਾਨੂੰ ਮੈਂ ਕਰਵਾਇਆ ਸੀਗਾ। ਤਾਂ ਜਿਹੜਾ ਪਹਿਲਾ ਕੈਲਕੂਲੇਟਰ ਜਿਵੇਂ ਕੰਪਿਊਟਰ ਬਣਾਇਆ ਗਿਆ ਉਹਨੂੰ ਕੈਲਕੂਲੇਟਰ ਹੀ ਕਹਿੰਦੇ ਸੀ ਪਹਿਲਾਂ। ਤਾਂ ਕਹਿੰਦਾ ਕਿਹਨੇ ਬਣਾਇਆ, ਕਹਿੰਦਾ ਜੋਸਫ ਮੈਰੀ ਜੈਕਵਰਡ ਨੇ ਬਣਾਇਆ, ਜੌਨ ਮਚੌਲੀ ਨੇ ਬਣਾਇਆ, ਬਲੇਜ ਪਾਸਕਲ ਨੇ ਬਣਾਇਆ, ਜਾਂ ਹੋਵਰਡ ਆਈਕਨ ਨੇ ਬਣਾਇਆ। ਤਾਂ ਯਾਦ ਰੱਖਿਓ ਰਾਜੇ, ਇੰਗਲਿਸ਼ ਦੇ ਵਿੱਚ ਵੀ ਪੜ੍ਹ ਲਿਓ। ਕਹਿੰਦਾ ਹੂ ਬਿਲਟ ਦਾ ਫਸਟ ਮਕੈਨੀਕਲ ਕੈਲਕੂਲੇਟਰ। ਤਾਂ ਇਹਦਾ ਰਾਈਟ ਆਨਸਰ ਹੈਗਾ ਰਾਜੇ ਬਲਾਜ਼ ਪਾਸਕਲ। ਬਲੇਜ ਪਾਸਕਲ ਨੇ ਬਣਾਇਆ ਸੀ ਫਸਟ ਮਕੈਨੀਕਲ ਕੈਲਕੂਲੇਟਰ। ਬਹੁਤ ਵਾਰ ਰਿਪੀਟ ਹੁੰਦਾ ਰਾਜੇ ਕੁਐਸਚਨ ਪੰਜਾਬ ਦੇ ਐਗਜ਼ਾਮ ਦੇ ਪੇਪਰਾਂ ਦੇ ਵਿੱਚ। ਨੈਕਸਟ ਗੱਲ ਕਰਦੇ ਆਪਾਂ। ਕਹਿੰਦਾ ਕਰਸਰ ਕੀ ਹੈ। ਕਰਸਰ ਹੁੰਦਾ ਜਿਵੇਂ ਆਹ ਦੇਖੋ ਲਾਈਨ ਹੈ, ਇਹ ਕਰਸਰ ਹੁੰਦੀ ਹੈ ਜਿੱਥੇ ਆਪਾਂ ਟਾਈਪ ਕਰਦੇ ਹਾਂ। ਕਹਿੰਦਾ ਕਰਸਰ ਕੀ ਹੈ, ਕਹਿੰਦਾ ਪਿਕਸਲ ਹੈ। ਕਹਿੰਦਾ ਪਤਲੀ ਝਪਕਦੀ ਲਾਈਨ ਬਲਿੰਕ ਕਰਦੀ ਹੈ ਨਾ, ਪੁਆਇੰਟਿੰਗ ਡਿਵਾਈਸ ਜਾਂ ਕੋਈ ਵੀ ਨਹੀਂ। ਤਾਂ ਰਾਜੇ ਕਰਸਰ ਕੀ ਹੁੰਦਾ ਹੈ, ਕਰਸਰ ਹੁੰਦਾ ਜਿਵੇਂ ਇੱਕ ਲਾਈਨ ਹੁੰਦੀ ਹੈ ਬਲਿੰਕ ਕਰਦੀ ਹੈ। ਤੁਸੀਂ ਟਾਈਪਿੰਗ ਕਰਦੇ ਹੋਵੋਗੇ, ਕੁਛ ਲਿਖਦੇ ਹੋਵੋਗੇ, ਚਾਹੇ ਮੋਬਾਈਲ 'ਤੇ ਲਿਖੋ ਚਾਹੇ WhatsApp 'ਤੇ ਮੈਸੇਜ ਕਰੋ, ਤਾਂ ਇਹ ਕੀ ਹੁੰਦਾ ਰਾਜੇ ਕਰਸਰ ਕੀ ਹੁੰਦਾ ਇੱਕ ਥਿਨ ਬਲਿੰਕਿੰਗ ਲਾਈਨ, ਉਹਨੂੰ ਕੀ ਕਹਿ ਦਿੰਦੇ ਆ ਕਰਸਰ ਕਹਿ ਦਿੰਦੇ ਆ। ਓਕੇ ਜੀ, ਨੈਕਸਟ ਮੂਵ ਕਰਦੇ ਆ। ਕਹਿੰਦਾ ਨਿਮਨ ਲਿਖਤ ਵਿੱਚੋਂ ਕਿਹੜੀਆਂ ਚੀਜ਼ਾਂ ਸਟੋਰੇਜ ਉਪਕਰਨਾਂ ਦੀਆਂ ਉਦਾਹਰਨਾਂ ਹਨ। ਮਤਲਬ ਕਿਹੜੀਆਂ ਚੀਜ਼ਾਂ ਸਟੋਰ ਕਰ ਸਕਦੀਆਂ। ਫਲੋਪੀ ਡਿਸਕ ਹੋ ਗਈ, ਹਾਰਡ ਡਿਸਕ ਹੋ ਗਈ, CD ROM ਹੋ ਗਈ, ਟੇਪ ਹੋ ਗਏ ਸਾਰੇ। ਤਾਂ ਤੁਹਾਨੂੰ ਪਤਾ ਹੀ ਆ ਰਾਜੇ ਇਹਨਾਂ ਦੇ ਵਿੱਚ ਕੀ ਆ ਜਾਣਗੇ, ਤੁਹਾਡੇ ਸਾਰੇ ਆ ਜਾਣਗੇ ਆਲ ਆਫ ਦਾ ਅਬਵ। ਕੀ ਕਰਦੇ ਆ ਜਿਹੜੇ ਸਾਰੀਆਂ ਸਟੋਰੇਜ ਡਿਵਾਈਸਿਸ ਹੁੰਦੀਆਂ, ਚਾਹੇ ਫਲੋਪੀ ਹੋਵੇ ਉਹਦੇ ਵਿੱਚ ਵੀ ਡਾਟਾ ਸਟੋਰ ਕਰਦੇ ਆ ਆਪਾਂ, ਹਾਰਡ ਡਿਸਕ 'ਚ ਵੀ ਕਰਦੇ ਆ, CD ROM 'ਚ ਵੀ ਕਰਦੇ ਆ, ਟੇਪ ਡਿਵਾਈਸਿਸ 'ਚ ਵੀ ਕਰਦੇ ਆ। ਤਾਂ ਸਾਰੇ ਕੀ ਹੋ ਜਾਣਗੇ ਸਟੋਰੇਜ ਡਿਵਾਈਸਿਸ ਹੋ ਗਈਆਂ ਆਪਣੀਆਂ। ਨੈਕਸਟ ਗੱਲ ਕਰਦੇ ਆ। ਕਹਿੰਦਾ ਸਕਾਈ 2 ਤੋਂ ਕੀ ਭਾਵ ਹੈ। ਤਾਂ ਤੁਹਾਨੂੰ ਮੈਂ ਬਹੁਤ ਵਾਰ ਕਰਵਾਇਆ ਰਾਜੇ ਕੁਐਸਚਨ। ਕਹਿੰਦਾ ਇੰਟਰਨੈਸ਼ਨਲ ਐਕਸਚੇਂਜ ਲਈ ਅਮਰੀਕੀ ਸਥਿਰ ਕੋਡ। ਠੀਕ ਹੈ, ਇਹ ਪੜ੍ਹ ਲਿਓ। ਠੀਕ ਹੈ, ਸਾਰੇ ਤੁਸੀਂ ਪੰਜਾਬੀ ਦੇ ਵਿੱਚ, ਇੱਕ ਵਾਰੀ ਮੈਂ ਇੰਗਲਿਸ਼ ਦੇ ਵਿੱਚ ਰੀਡ ਕਰ ਦਿੰਦਾ। ਇਹਦਾ ਆਨਸਰ ਕੀ ਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ। ਤਾਂ ਸਕਾਈ 2 ਕੀ ਆ, ਕਹਿੰਦਾ ਅਮਰੀਕਨ ਸਟੇਬਲ ਕੋਡ ਫॉर ਇੰਟਰਨੈਸ਼ਨਲ ਇੰਟਰਚੇਂਜ, ਅਮਰੀਕਨ ਸਟੈਂਡਰਡ ਕੋਡ ਫॉर ਇੰਸਟੀਟਿਊਸ਼ਨਲ ਇੰਟਰਚੇਂਜ, ਅਮਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। ਤਾਂ ਰਾਈਟ ਆਨਸਰ ਹੈਗਾ ਰਾਜੇ ਤੁਹਾਡਾ C। ਬੇਸਿਕਲੀ ਜੋ ਵੀ ਆਪਾਂ ਕੀਬੋਰਡ ਤੋਂ ਡਾਟਾ ਟਾਈਪ ਕਰਦੇ ਹਾਂ ਤਾਂ ਉਹ ਕੀ ਆ ਬੈਕਐਂਡ ਤੇ ਕਨਵਰਟ ਹੋ ਜਾਂਦਾ ਹੈ। ਜਿਹੜੀ ਫਾਰਮ ਦੇ ਵਿੱਚ ਕਨਵਰਟ ਹੁੰਦਾ ਉਹਨੂੰ ਕਹਿ ਦਿੰਦੇ ਆ ਸਕਾਈ 2, ਜਿਹੜਾ ਕੀ ਹੈ ਅਮਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। ਰਾਈਟ ਹੈ ਜੀ, ਇੱਦਾਂ ਯਾਦ ਰੱਖਣਾ ਤੁਸੀਂ। ਅੱਗੇ ਕਹਿੰਦਾ ਕਿਹੜੇ ਕੰਪਿਊਟਰ ਨੂੰ ਦਰਮਿਆਨੇ ਆਕਾਰ ਦੇ ਸੰਗਠਨਾਂ ਦੇ ਲਈ ਸਰਵਰ ਦੇ ਤੌਰ ਤੇ ਵਰਤਿਆ ਜਾਂਦਾ ਹੈ। ਠੀਕ ਹੈ, ਤਾਂ ਮੈਂ ਤੁਹਾਨੂੰ ਕਰਵਾਇਆ ਹੋਇਆ। ਇਹ ਕਿਹੜੇ ਕੰਪਿਊਟਰ ਨੇ, ਮੇਨ ਫਰੇਮ ਨੇ, ਮਿੰਨੀ ਨੇ, ਮਾਈਕਰੋ ਨੇ, ਜਾਂ ਫਿਰ ਤੁਹਾਡੇ ਕੀ ਨੇ ਸੁਪਰ ਕੰਪਿਊਟਰ ਨੇ। ਠੀਕ ਹੈ, ਤਾਂ ਤੁਸੀਂ ਦੱਸਣਾ ਰਾਜੇ ਮੈਨੂੰ ਕਿਹੜਾ ਕੰਪਿਊਟਰ ਹੈ ਇਹ ਜਿਹੜਾ ਕਿ ਆਪਣਾ ਵਰਤਿਆ ਜਾਂਦਾ ਐਜ਼ ਏ ਸਰਵਰ ਫॉर ਕਾਹਦੇ ਵਾਸਤੇ, ਆਪਣੀਆਂ ਮੀਡੀਅਮ ਸਾਈਜ਼ ਆਰਗੇਨਾਈਜੇਸ਼ਨ ਵਾਸਤੇ। ਮੈਂ ਇੰਗਲਿਸ਼ ਦੇ ਵਿੱਚ ਪੜ੍ਹਦਾ ਇੱਕ ਵਾਰੀ। ਕਹਿੰਦਾ ਵਿਚ ਕੰਪਿਊਟਰ ਆਰ ਯੂਜ਼ਡ ਐਜ਼ ਏ ਸਰਵਰ ਫॉर ਐਨੀ ਮੀਡੀਅਮ ਸਾਈਜ਼ ਆਰਗੇਨਾਈਜੇਸ਼ਨ। ਤਾਂ ਇਹਦਾ ਰਾਈਟ ਆਨਸਰ ਹੈਗਾ ਰਾਜੇ ਮਿੰਨੀ। ਤਾਂ ਮਿੰਨੀ ਕੀ ਹੁੰਦਾ ਰਾਜੇ, ਮਾਈਕਰੋ ਤੇ ਮੈਕਰੋ ਦੇ ਵਿਚਕਾਰ ਲਾਈ ਕਰਦਾ, ਉਹਨੂੰ ਕਹਿ ਦਿੰਦੇ ਆ ਮਿੰਨੀ ਕੰਪਿਊਟਰ। ਤਾਂ ਇਹ ਕੀ ਕਰਦਾ ਰਾਜੇ, ਜਿਹੜੀਆਂ ਮੀਡੀਅਮ ਸਾਈਜ਼ ਦੀਆਂ ਆਰਗੇਨਾਈਜੇਸ਼ਨ ਹੁੰਦੀਆਂ ਉੱਥੇ ਵਰਤਿਆ ਜਾਂਦਾ ਐਜ਼ ਏ ਸਰਵਰ। ਨੈਕਸਟ ਗੱਲ ਕਰਦੇ ਆ।
ਕਹਿੰਦਾ ਉਹ ਕੰਪਿਊਟਰ ਜੋ ਐਨਾਲੌਗ ਸਿਗਨਲ ਨੂੰ ਇਨਪੁਟ ਲੈਂਦਾ ਹੈ ਤੇ ਡਿਜੀਟਲ ਦੇ ਰੂਪ ਦੇ ਵਿੱਚ ਰਿਜ਼ਲਟ ਦਿੰਦਾ ਹੈ। ਤਾਂ ਤੁਹਾਨੂੰ ਮੈਂ ਕਰਵਾਏ ਸੀ 3 ਕੰਪਿਊਟਰ, ਐਨਾਲੌਗ, ਡਿਜੀਟਲ ਤੇ ਹਾਈਬ੍ਰਿਡ। ਤਾਂ ਰਾਜੇ ਇਹ ਕਿਹੜਾ ਕੰਪਿਊਟਰ ਹੁੰਦਾ ਹੈ? ਹਾਈਬ੍ਰਿਡ ਕੰਪਿਊਟਰ ਹੁੰਦਾ ਹੈ, ਜਿਹਦੇ ਵਿੱਚ ਦੋਨੇ ਗੁਣ ਹੁੰਦੇ ਨੇ, ਡਿਜੀਟਲ ਦੇ ਵੀ ਹੁੰਦੇ ਨੇ, ਐਨਾਲੌਗ ਦੇ ਵੀ ਹੁੰਦੇ ਨੇ। ਉਹ ਇਨਪੁਟ ਨੂੰ ਕੀ ਲੈਂਦਾ? ਐਨਾਲੌਗ ਲੈਂਦਾ ਹੈ, ਤੇ ਰਿਜ਼ਲਟ ਕੀ ਪ੍ਰੋਡਿਊਸ ਕਰਦਾ ਹੈ? ਆਊਟਪੁੱਟ ਕੀ ਪ੍ਰੋਡਿਊਸ ਕਰਦਾ? ਡਿਜੀਟਲ ਦੇ ਰੂਪ ਦੇ ਵਿੱਚ। ਉਹਨੂੰ ਕਹਿ ਦਿੰਦੇ ਆ ਰਾਜੇ ਹਾਈਬ੍ਰਿਡ ਕੰਪਿਊਟਰ। ਤਾਂ ਨੋਟ ਕਰ ਲਿਓ, ਬਹੁਤ ਵਧੀਆ ਕੁਐਸਚਨ ਹੈ, ਪੁੱਛਿਆ ਜਾਂਦਾ ਹੈ। ਨੈਕਸਟ ਮੂਵ ਕਰਦੇ ਹਾਂ। ਕਹਿੰਦਾ ਨਿਮਨ ਲਿਖਤ ਵਿੱਚੋਂ ਕਿਹੜੀ ਪ੍ਰੋਗਰਾਮਿੰਗ ਭਾਸ਼ਾ ਦੂਜੀ ਪੀੜ੍ਹੀ ਤੋਂ ਸ਼ੁਰੂ ਹੋਈ? ਤਾਂ ਪ੍ਰੋਗਰਾਮਿੰਗ ਭਾਸ਼ਾ ਦੱਸਣੀ ਹੈ ਵੀ ਕਿਹੜੀ ਸੈਕੰਡ ਜਨਰੇਸ਼ਨ ਤੋਂ ਸਟਾਰਟ ਹੋਈ ਹੈ। LISP, C ਭਾਸ਼ਾ, ਕਿਊ ਬੇਸਿਕ, ਠੀਕ ਹੈ, ਫੋਰਟਨ। ਤਾਂ ਤੁਸੀਂ ਮੈਂ ਇੰਗਲਿਸ਼ ਦੇ ਵਿੱਚ ਪੜ੍ਹ ਦਿੰਦਾ, ਆਨਸਰ ਸੋਚ ਲਓ। ਕਹਿੰਦਾ ਵਿਚ ਆਫ ਦਾ ਫੋਲੋਇੰਗ ਪ੍ਰੋਗਰਾਮਿੰਗ ਲੈਂਗੁਏਜ ਸਟਾਰਟਡ ਫਰੋਮ ਦਾ ਸੈਕੰਡ ਜਨਰੇਸ਼ਨ। ਤਾਂ ਮੈਂ ਕਰਵਾਇਆ ਹੋਇਆ ਤੁਹਾਨੂੰ ਕੰਪਿਊਟਰ ਜਨਰੇਸ਼ਨ, ਧਿਆਨ ਦੇ ਨਾਲ ਪੜ੍ਹ ਲਿਓ। ਜਿਹੜੀ ਫੋਰਟਨ ਹੁੰਦੀ ਹੈ, ਜਿਹਨੂੰ ਕਹਿ ਦਿੰਦੇ ਆ ਫਾਰਮੂਲਾ ਟਰਾਂਸਲੇਸ਼ਨ, ਇਹਦੀ ਫੁੱਲ ਫਾਰਮ ਵੀ ਬਹੁਤ ਮਹੱਤਵਪੂਰਨ ਐਗਜ਼ਾਮ ਵਾਸਤੇ। ਤਾਂ ਫੋਰਟਨ ਸ਼ੁਰੂ ਹੋਈ ਸੀ ਰਾਜੇ ਆਪਣੀ ਸੈਕੰਡ ਜਨਰੇਸ਼ਨ ਕੰਪਿਊਟਰਾਂ ਦੇ ਵਿੱਚ। ਨੈਕਸਟ ਗੱਲ ਕਰਦੇ ਹਾਂ। ਕਹਿੰਦਾ ਡਾਟ ਮੈਟ੍ਰਿਕਸ ਇੱਕ ਕਿਸਮ ਹੈ। ਤਾਂ ਡਾਟ ਮੈਟ੍ਰਿਕਸ ਤੁਹਾਨੂੰ ਮੈਂ ਕਰਵਾਇਆ ਸੀ। ਕਹਿੰਦਾ ਕੀ ਚੀਜ਼ ਹੈ? ਕਹਿੰਦਾ ਟੇਪ ਹੈ, ਪ੍ਰਿੰਟਰ ਹੈ, ਡਿਸਕ ਹੈ ਜਾਂ ਬੱਸ ਹੈ, ਠੀਕ ਹੈ। ਤਾਂ ਤੁਹਾਨੂੰ ਮੈਂ ਕਰਵਾਇਆ ਹੋਇਆ ਬਹੁਤ ਵਧੀਆ ਢੰਗ ਦੇ ਨਾਲ। ਤੁਸੀਂ ਮੈਨੂੰ ਆਨਸਰ ਕਰਨਾ ਵੀ ਡਾਟ ਮੈਟ੍ਰਿਕਸ ਕੀ ਚੀਜ਼ ਹੈ। ਤਾਂ ਰਾਜੇ ਇੱਕ ਪ੍ਰਿੰਟਰ ਦੀ ਕਿਸਮ ਹੈ, ਪ੍ਰਿੰਟਰ ਦੀ ਟਾਈਪ ਹੈ। ਤਾਂ ਰਾਈਟ ਆਨਸਰ ਹੋ ਜਾਊਗਾ ਤੁਹਾਡਾ B। ਨੈਕਸਟ ਗੱਲ ਕਰਦੇ ਹਾਂ। ਕਹਿੰਦਾ ਤੀਜੀ ਪੀੜ੍ਹੀ ਦਾ ਕੰਪਿਊਟਰ ਡੈਸ਼ ਦੇ ਨਾਲ ਬਣਾਇਆ ਗਿਆ ਸੀ। ਤੁਸੀਂ ਦੱਸਣਾ ਵੀ ਮੇਨ ਉਹਦੇ ਵਿੱਚ ਕੰਪੋਨੈਂਟ ਕਿਹੜਾ ਯੂਜ਼ ਕੀਤਾ ਗਿਆ ਸੀਗਾ। ਵੈਕਿਊਮ ਟਿਊਬ, ਟਰਾਂਜ਼ਿਸਟਰ, IC ਜਾਂ ਬਾਇਓਚਿਪ। ਤੁਸੀਂ ਮੈਨੂੰ ਦੱਸਣਾ ਵੀ ਇਹਦੇ ਵਿੱਚ ਕਿਹੜਾ ਯੂਜ਼ ਕੀਤਾ ਗਿਆ ਸੀਗਾ, ਠੀਕ ਹੈ। ਤਾਂ ਥਰਡ ਜਨਰੇਸ਼ਨ ਕੰਪਿਊਟਰ ਕਹਿੰਦਾ ਮੇਡ ਵਿਦ ਕਦ ਤੋਂ ਬਣਾਏ ਗਏ ਸੀਗੇ? ਤਾਂ ਤੁਹਾਨੂੰ ਮੈਂ ਬਹੁਤ ਵਾਰ ਕਰਵਾਇਆ ਇੰਟੀਗ੍ਰੇਟਿਡ ਸਰਕਟ, ਜਿਹਨੂੰ ਕਹਿ ਦਿੰਦੇ ਆ IC। ਹੁਣ ਤੁਸੀਂ ਕਰਨਾ ਕੀ ਹੈ? ਜਦੋਂ ਮੈਂ ਥਿਊਰੀ ਪੜ੍ਹਾਈ ਸੀ ਮੈਂ ਦੱਸਿਆ ਸੀ ਵੀ IC ਕਿਹਨੇ ਬਣਾਇਆ। ਤੁਸੀਂ ਮਤਲਬ ਕਿ ਇਨਵੈਂਟਰ ਦਾ ਨਾਮ ਲਿਖਣਾ ਹੈ, ਕਿਹਨੇ ਇਨਵੈਂਟ ਕੀਤਾ ਸੀ IC। ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਕੇ ਜਾਣਾ। ਜਿਹੜੇ ਬੱਚਿਆਂ ਨੇ ਧਿਆਨ ਨਾਲ ਵੀਡੀਓ ਦੇਖੀ ਹੋਊਗੀ ਉਹ ਜ਼ਰੂਰ ਲਿਖ ਕੇ ਜਾਣਗੇ ਔਰ ਉਹਨਾਂ ਦਾ ਰਾਈਟ ਹੋਊਗਾ, ਠੀਕ ਹੈ ਜੀ। ਨੈਕਸਟ ਗੱਲ ਕਰਦੇ ਹਾਂ। ਕਹਿੰਦਾ ਨਿਮਨ ਲਿਖਤ ਵਿੱਚੋਂ ਕਿਹੜਾ CPU ਦੇ 2 ਮੁੱਖ ਭਾਗ ਹਨ? ਤਾਂ CPU ਵੀ ਮੈਂ ਕਰਵਾਇਆ ਹੋਇਆ ਬਹੁਤ ਵਧੀਆ ਢੰਗ ਦੇ ਨਾਲ, ਜਿਹਨੂੰ ਬ੍ਰੇਨ ਆਫ ਦਾ ਕੰਪਿਊਟਰ ਸਿਸਟਮ ਕਹਿੰਦੇ ਆ। ਕਹਿੰਦਾ ਕੰਟਰੋਲ ਯੂਨਿਟ ਤੇ ਰਜਿਸਟਰ। ਕਹਿੰਦਾ ਰਜਿਸਟਰ ਤੇ ਮੁੱਖ ਯਾਦਦਾਸ਼ਤ, ਜਿਹਨੂੰ ਮੇਨ ਮੈਮਰੀ ਕਹਿ ਦਿੰਦੇ ਆਪਾਂ। ਕੰਟਰੋਲ ਯੂਨਿਟ ਤੇ ALU ਜਾਂ ALU ਤੇ ਬੱਸ। ਤੁਹਾਨੂੰ ਮੈਂ ਇੰਗਲਿਸ਼ ਦੇ ਵਿੱਚ ਕੁਐਸਚਨ ਪੜ੍ਹਦਾ। ਕਹਿੰਦਾ ਵਿਚ ਆਫ ਦਾ ਫੋਲੋਇੰਗ ਆਰ ਦਾ 2 ਮੇਨ ਕੰਪੋਨੈਂਟ ਆਫ ਦਾ CPU। ਤਾਂ ਤੁਹਾਨੂੰ ਮੈਂ ਕਰਵਾਇਆ ਹੋਇਆ ਰਾਜੇ ਉਹਦੇ ਵਿੱਚ CU ਤੇ ALU। CU ਕੀ ਕਰਦਾ? ਕੰਟਰੋਲ ਯੂਨਿਟ ਹੁੰਦਾ ਜਿਹੜਾ ਸਭ ਕੁਝ ਕੰਟਰੋਲ ਕਰਦਾ। ALU ਕੀ ਹੁੰਦਾ? ਅਰਥਮੈਟਿਕ ਲੌਜਿਕ ਯੂਨਿਟ, ਜਿਹੜਾ ਕਿ ਅਰਥਮੈਟਿਕ ਦੇ ਕੰਮ ਕਰਦਾ, ਪਲੱਸ ਮਾਈਨਸ ਡਿਵਾਈਡ, ਠੀਕ ਹੈ, ਮੋਡਲਸ ਵਗੈਰਾ, ਤੇ ਨਾਲ ਹੀ ਲੌਜਿਕ ਕ੍ਰੀਏਟ ਕਰਦਾ, ਲੈਸ ਦੈਨ ਗ੍ਰੇਟਰ ਦੈਨ ਇਕੁਅਲ ਟੂ, ਕੰਪੈਰੀਜ਼ਨ ਵਗੈਰਾ ਵੀ ਕਰਦਾ। ਰਾਈਟ ਹੈ ਜੀ। ਇਹ ਦੇਖੋ ਥਿਊਰੀ ਪੜ੍ਹੀ ਹੋਊਗੀ, ਤੁਸੀਂ ਕੁਝ ਵੀ ਕਰ ਸਕਦੇ ਹੋ। ਕੁਐਸਚਨ ਜਿਵੇਂ ਮਰਜ਼ੀ ਘੁਮਾ ਕੇ ਆ ਜਾਏ, ਤੁਸੀਂ ਆਨਸਰ ਕਰਕੇ ਆਉਂਗੇ, ਇਹ ਮੇਰੀ ਗਰੰਟੀ ਹੈ। ਹੁਣ ਕਹਿੰਦਾ ਕਿਸ ਦੌਰਾਨ ਦੂਜੀ ਪੀੜ੍ਹੀ ਦੇ ਕੰਪਿਊਟਰ ਵਿਕਸਿਤ ਕੀਤੇ ਗਏ? ਡੇਟ ਦੱਸਣੀ ਹੈ, ਈਅਰ ਦੱਸਣਾ ਵੀ ਕਦੋਂ ਸਟਾਰਟ ਹੋਏ ਸੀਗੇ। 1949 ਤੋਂ 55 ਤੱਕ, 56 ਤੋਂ 65, 65 ਤੋਂ 70 ਜਾਂ 70 ਤੋਂ 90। ਤਾਂ ਤੁਸੀਂ ਮੈਨੂੰ ਦੇਖੋ ਇੰਗਲਿਸ਼ ਦੇ ਵਿੱਚ ਮੈਂ ਦੱਸ ਦਿੰਦਾ। ਤਾਂ ਰਾਈਟ ਆਨਸਰ ਕੀ ਹੈ ਰਾਜੇ? ਸੈਕੰਡ ਜਨਰੇਸ਼ਨ ਸਟਾਰਟ ਹੋਈ ਸੀ ਆਪਣੀ ਲਗਭਗ। ਦੇਖੋ ਵੈਰੀ ਕਰਦੀ ਰਹਿੰਦੀ ਹੈ ਡੇਟਸ, ਜ਼ਰੂਰੀ ਨਹੀਂ ਕਿ ਇਸ ਕੁਐਸਚਨ ਦੇ ਵਿੱਚ 56 ਲਿਖਿਆ, ਕਈਆਂ ਦੀ ਜਗ੍ਹਾ ਕੀ ਲਿਖਿਆ ਸਕਦਾ 58 ਲਿਖਿਆ ਸਕਦਾ ਹੈ, 65 ਦੀ ਜਗ੍ਹਾ ਤੇ 68 ਲਿਖਿਆ ਸਕਦਾ ਹੈ, 60 ਵੀ ਲਿਖਿਆ ਸਕਦਾ ਹੈ, 64 ਵੀ ਲਿਖਿਆ ਸਕਦਾ ਹੈ। ਬਸ ਇੱਕ ਰਫ ਜਿਹਾ ਆਈਡੀਆ ਯਾਦ ਰੱਖਿਓ। ਤਾਂ ਰਾਈਟ ਆਨਸਰ ਕੀ ਹੈ? 1956 ਤੋਂ ਲੈ ਕੇ 1965 ਦੇ ਵਿਚਕਾਰ ਜਿਹੜੇ ਕੰਪਿਊਟਰ ਆਏ ਸੀ ਰਾਜੇ, ਉਹਨਾਂ ਨੂੰ ਕਹਿ ਦਿੰਦੇ ਆ ਸੈਕੰਡ ਜਨਰੇਸ਼ਨ ਕੰਪਿਊਟਰਸ। ਤੇ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਆ। ਕਹਿੰਦਾ ਕੰਪਿਊਟਰ ਟਰਮੀਨਲ। ਕਹਿੰਦਾ ਕੰਪਿਊਟਰ ਟਰਮੀਨਲ ਦਾ ਨਾਮ ਦੱਸੋ ਜੋ ਕਿ ਕਹਿੰਦਾ ਪੇਪਰ ਪ੍ਰਿੰਟ ਆਊਟ ਦਿੰਦਾ ਹੈ। ਤਾਂ ਰਾਜੇ ਇੱਕ ਹੁੰਦੀ ਹੈ ਸੌਫਟ ਕਾਪੀ, ਇੱਕ ਹੁੰਦੀ ਹੈ ਹਾਰਡ ਕਾਪੀ। ਕਹਿੰਦਾ ਵੀ ਜਿਹੜੀ ਪੇਪਰ ਦੀ ਫਾਰਮ ਦੇ ਵਿੱਚ ਆਪਾਂ ਨੂੰ ਆਊਟਪੁੱਟ ਦਿੰਦਾ ਉਹ ਕਿਹੜਾ ਟਰਮੀਨਲ ਹੈ? ਡਿਸਪਲੇ ਹੈ, ਸੌਫਟ ਕਾਪੀ ਟਰਮੀਨਲ ਹੈ, ਹਾਰਡ ਕਾਪੀ ਹੈ ਜਾਂ ਪਲੋਟਰ ਹੈ। ਤਾਂ ਤੁਸੀਂ ਮੈਨੂੰ ਦੱਸਣਾ ਰਾਜੇ। ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਜਿਹੜੀ ਚੀਜ਼ ਪ੍ਰਿੰਟਰ ਦੇ ਵਿੱਚੋਂ ਬਾਹਰ ਨਿਕਲਦੀ ਹੈ ਤਾਂ ਪ੍ਰਿੰਟਰ ਕੀ ਕਰਦਾ ਹੈ? ਸੌਫਟ ਕਾਪੀ ਟੂ ਹਾਰਡ ਕਾਪੀ। ਤਾਂ ਕਿਹੜਾ ਟਰਮੀਨਲ ਹੋਊਗਾ? ਉਹ ਓਬਵੀਅਸ ਹੈ ਕਿਹੜਾ ਹੋਊਗਾ? ਹਾਰਡ ਕਾਪੀ ਟਰਮੀਨਲ ਹੋਊਗਾ। ਨੈਕਸਟ ਵੇਖਦੇ ਹਾਂ। ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਇਨਪੁਟ ਉਪਕਰਨ ਹੈ? ਇਨਪੁਟ ਡਿਵਾਈਸ ਦੱਸਣੀ ਹੈ ਰਾਜੇ ਕਿਹੜੀ ਹੈ? ਸਕੈਨਰ, ਸਪੀਕਰ, ਮੋਨੀਟਰ ਜਾਂ ਪ੍ਰੋਜੈਕਟਰ। ਤਾਂ ਇਹਨਾਂ ਵਿੱਚ ਸਪੀਕਰ ਦਾ ਜੇ ਆਊਟਪੁੱਟ ਹੁੰਦਾ ਹੈ, ਮੋਨੀਟਰ ਵੀ ਆਊਟਪੁੱਟ ਹੁੰਦਾ ਹੈ, ਤੇ ਪ੍ਰੋਜੈਕਟਰ ਵੀ ਕੀ ਹੁੰਦਾ ਹੈ? ਆਊਟਪੁੱਟ ਹੁੰਦਾ ਹੈ। ਤੇ ਜਿਹੜਾ ਸਕੈਨਰ ਹੁੰਦਾ ਰਾਜੇ ਉਹ ਕੀ ਹੁੰਦਾ? ਇੱਕ ਤਰ੍ਹਾਂ ਦਾ ਇਨਪੁਟ ਡਿਵਾਈਸ ਹੁੰਦੀ ਹੈ ਜਿਹੜੀ ਕਿ ਇਨਪੁਟ ਵਾਸਤੇ ਵਰਤੀ ਜਾਂਦੀ ਹੈ ਰਾਜੇ। ਤਾਂ ਰਾਈਟ ਆਨਸਰ ਕੀ ਹੋ ਜਾਊਗਾ ਤੁਹਾਡਾ? A ਹੋ ਜਾਊਗਾ। ਨੈਕਸਟ ਗੱਲ ਕਰਦੇ ਹਾਂ। ਕਹਿੰਦਾ ਚਾਰਲ ਬੈਬਜੇ
ਨੂੰ ਕਹਿੰਦਾ ਇੱਕ ਰਾਇਲ ਸੁਸਾਇਟੀ ਦੁਆਰਾ ਇੱਕ ਇਨਾਮ ਦਿੱਤਾ ਗਿਆ ਸੀ, ਸਨਮਾਨਿਤ ਕੀਤਾ ਗਿਆ ਸੀ। ਕਾਹਦੇ ਵਾਸਤੇ? ਕਹਿੰਦਾ ਡਿਫਰੈਂਸ ਇੰਜਨ ਵਾਸਤੇ, ਵਿਸ਼ਲੇਸ਼ਣ ਇੰਜਨ ਵਾਸਤੇ, ਐਨਾਲਿਟੀਕਲ ਇੰਜਨ ਵਿੱਚ ਬਾਈਨਰੀ ਪ੍ਰਣਾਲੀ ਵਾਸਤੇ, ਜਾਂ ਇਨਪੁਟ ਮੁੱਲ ਹੋ ਗਏ, ਆਊਟਪੁੱਟ ਹੋ ਗਏ, ਸਟੋਰੇਜ ਵਾਸਤੇ। ਕਹਿੰਦਾ ਕਾਹਦੇ ਵਾਸਤੇ ਉਹਨੂੰ ਨਾਮ ਮਿਲਿਆ ਸੀ? ਤਾਂ ਜੇ ਨਹੀਂ ਪਤਾ ਤਾਂ ਰਾਜੇ ਯਾਦ ਰੱਖ ਲਿਓ, ਤੁਹਾਨੂੰ ਮੈਂ ਵੈਸੇ ਦੱਸ ਕੇ ਹਟਿਆ। ਇਹਨੇ 2 ਚੀਜ਼ਾਂ ਦੀ ਇਨਵੈਂਸ਼ਨ ਕੀਤੀ ਸੀ, ਆਪਣੀ ਐਨਾਲਿਟੀਕਲ ਇੰਜਨ ਤੇ ਡਿਫਰੈਂਸ ਇੰਜਨ। ਤਾਂ ਰਾਈਟ ਆਨਸਰ ਕੀ ਹੋ ਜਾਊਗਾ ਤੁਹਾਡਾ? A ਹੋ ਜਾਊਗਾ। ਨੈਕਸਟ ਗੱਲ ਕਰਦੇ ਹਾਂ। ਕਹਿੰਦਾ ਜਦੋਂ ਅਸੀਂ ਲਾਗਤ ਨੂੰ ਦੇਖਦੇ ਹਾਂ ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਕੰਪਿਊਟਰ ਸਭ ਤੋਂ ਮਹਿੰਗਾ ਹੈ? ਤਾਂ ਮੇਨ ਫਰੇਮ ਮਹਿੰਗਾ ਹੈ, ਮਿਨੀ ਮਹਿੰਗਾ ਹੈ, ਮਾਈਕਰੋ ਜਾਂ ਸੁਪਰ ਕੰਪਿਊਟਰ? ਤਾਂ ਨਾਮ ਤੋਂ ਹੀ ਕਲੀਅਰ ਹੋਊਗਾ ਤੁਹਾਨੂੰ, ਜਿਹੜਾ ਸੁਪਰ ਕੰਪਿਊਟਰ ਮਤਲਬ ਉਹਦੀ ਸਪੀਡ ਵੀ ਹਾਈ ਹੁੰਦੀ ਹੈ, ਉਹਦੇ ਵਿੱਚ ਮਤਲਬ ਕਿ ਸਮਾਨ ਵੀ ਮਹਿੰਗਾ ਹੁੰਦਾ ਹੈ। ਤਾਂ ਰਾਜੇ ਇਹ ਕੀ ਆ ਜਾਊਗਾ ਆਨਸਰ? ਸੁਪਰ ਕੰਪਿਊਟਰ ਕੀ ਹੋ ਜਾਊਗਾ ਰਾਈਟ ਆਨਸਰ। ਕਹਿੰਦਾ ਵੈਨ ਵੀ ਲੁੱਕ ਐਟ ਦਾ ਕਾਸਟ ਵਿਚ ਆਫ ਦਾ ਫੋਲੋਇੰਗ ਕੰਪਿਊਟਰ ਇਜ਼ ਦਾ ਮੋਸਟ ਐਕਸਪੈਂਸਿਵ? ਤਾਂ ਰਾਜੇ ਤੁਹਾਡਾ ਸੁਪਰ ਕੰਪਿਊਟਰ ਸਭ ਤੋਂ ਮਹਿੰਗਾ ਤੇ ਸਭ ਤੋਂ ਫਾਸਟ ਹੁੰਦਾ ਹੈ। ਅੱਗੇ ਗੱਲ ਕਰਦੇ ਆ। ਕਹਿੰਦਾ 8 ਲਿਖਿਆਂ ਵਿੱਚੋਂ ਕਿਹੜਾ ਯੰਤਰ ਸਟੈਂਡਰਡ ਪੁਆਇੰਟਿੰਗ ਯੰਤਰ ਦੇ ਤੌਰ ਤੇ ਵਰਤਿਆ ਜਾਂਦਾ ਹੈ? ਮਤਲਬ ਕਿ ਸਟੈਂਡਰਡ ਪੁਆਇੰਟਿੰਗ ਡਿਵਾਈਸ ਤੁਹਾਨੂੰ ਮੈਂ ਬਹੁਤ ਵਧੀਆ ਢੰਗ ਦੇ ਨਾਲ ਕਰਵਾਈ ਸੀਗੀ। ਕਿਹੜੀ ਹੁੰਦੀ ਹੈ? ਕੀਬੋਰਡ ਹੁੰਦਾ ਹੈ, ਮਾਊਸ ਹੁੰਦਾ ਹੈ, ਜੋਇਸਟਿਕ ਹੁੰਦੀ ਹੈ, ਜਾਂ ਟਰੈਕ ਬਾਲ? ਤਾਂ ਤੁਹਾਨੂੰ ਮੈਂ ਕਰਵਾਇਆ ਸੀ। ਵੈਸੇ ਜੋਇਸਟਿਕ ਵੀ ਕੀ ਹੁੰਦੀ ਹੈ? ਇੱਕ ਤਰ੍ਹਾਂ ਦੀ ਪੁਆਇੰਟਿੰਗ ਡਿਵਾਈਸ ਹੁੰਦੀ ਹੈ, ਪਰ ਉਹ ਕਹਿੰਦਾ ਸਟੈਂਡਰਡ, ਠੀਕ ਹੈ, ਸਟੈਂਡਰਡ ਜਿਹੜੀ ਕਿ ਆਮ ਤੌਰ ਤੇ ਵਰਤੀ ਜਾਂਦੀ ਹੈ ਹਰੇਕ ਚੀਜ਼ ਦੇ ਵਿੱਚ। ਤਾਂ ਉਹ ਹੈਗਾ ਭਾਈ ਤੁਹਾਡਾ ਮਾਊਸ। ਮਾਊਸ ਕੀ ਇੱਕ ਤਰ੍ਹਾਂ ਦਾ ਸਟੈਂਡਰਡ ਪੁਆਇੰਟਿੰਗ ਡਿਵਾਈਸ ਹੈ, ਜਿਹੜਾ ਕਿ ਗ੍ਰਾਫਿਕਲ ਯੂਜ਼ਰ ਇੰਟਰਫੇਸ ਦੇ ਵਿੱਚ ਵਰਤਿਆ ਜਾਂਦਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ GUI ਇੰਟਰਫੇਸ। ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਕਰਨ ਜਾ ਰਹੇ ਹਾਂ ਆਪਾਂ। ਆਈ ਹੋਪ ਤੁਹਾਨੂੰ ਸਾਰੇ ਕੁਐਸਚਨ ਬਹੁਤ ਵਧੀਆ ਲੱਗੇ ਹੋਣਗੇ, ਕਾਫੀ ਇਨਫੋਰਮੇਟਿਵ ਸੀਗੇ। ਔਰ ਸਟੈਂਡਰਡ ਦੇ ਕੁਐਸਚਨ ਨੇ ਰਾਜੇ, ਇਦਾਂ ਦੇ ਨਹੀਂ ਕਿ ਲੰਡੂ ਫੰਡੂ ਕੁਐਸਚਨ ਨੇ। ਇਹ ਕੁਐਸਚਨ ਉਹ ਨੇ ਜਿਹੜੇ ਕਿ ਪੰਜਾਬ ਦੇ ਪੇਪਰਾਂ ਦੇ ਵਿੱਚ ਵਾਰ-ਵਾਰ ਪੁੱਛੇ ਜਾਂਦੇ ਆ। ਕਹਿੰਦਾ ਮਿਨੀ ਕੰਪਿਊਟਰ ਅਤੇ ਮਾਈਕਰੋ ਕੰਪਿਊਟਰ ਦੀ ਕਿਸ ਪੀੜ੍ਹੀ ਦੇ ਹਨ? ਪਹਿਲੀ ਦੇ, ਦੂਜੀ ਦੇ, ਤੀਜੇ ਦੇ ਜਾਂ ਚੌਥੀ ਦੇ? ਤਾਂ ਮਿਨੀ ਕੰਪਿਊਟਰ ਤੇ ਮਾਈਕਰੋ ਕੰਪਿਊਟਰ ਕਿਹੜੀ ਪੀੜ੍ਹੀ ਦੇ ਨਾਲ ਸੰਬੰਧਿਤ ਨੇ ਰਾਜੇ? ਤਾਂ ਯਾਦ ਰੱਖਿਓ ਇਹ ਹੈਗੇ ਆ 4th ਜਨਰੇਸ਼ਨ। ਕਿੱਥੇ ਵਰਤੇ ਗਏ ਸੀਗੇ? 4th ਜਨਰੇਸ਼ਨ ਦੇ ਵਿੱਚ ਵਰਤੇ ਗਏ ਸੀਗੇ। ਰਾਈਟ ਹੈ ਜੀ। ਤੇ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ, ਤੁਸੀਂ ਇਹਦਾ ਆਨਸਰ ਕਮੈਂਟ ਬਾਕਸ 'ਚ ਆਪਣੇ ਆਪ ਕਰਕੇ ਜਾਣਾ ਹੈ। ਕਹਿੰਦਾ ਪਹਿਲੀ ਪੀੜ੍ਹੀ ਦੇ ਕੰਪਿਊਟਰ ਦਾ ਮੁੱਖ ਭਾਗ ਕੀ ਸੀਗਾ? ਟਰਾਂਜ਼ਿਸਟਰ ਸੀਗਾ, ਵੈਕਿਊਮ ਟਿਊਬ ਤੇ ਵਾਲਵ ਸੀਗੇ, ਜਾਂ ਕੋਈ ਸਰਕਟ ਸੀਗੇ, ਜਾਂ ਕੋਈ ਵੀ ਨਹੀਂ? ਤੁਸੀਂ ਇਹਦਾ ਰਾਈਟ ਆਨਸਰ ਕਰਨਾ ਰਾਜੇ। ਇੰਗਲਿਸ਼ ਦੇ ਵਿੱਚ ਪੜ੍ਹ ਲਿਓ। ਆਈ ਹੋਪ ਤੁਹਾਨੂੰ ਕਾਫੀ ਪਸੰਦ ਆਏ ਹੋਣਗੇ ਕੁਐਸਚਨ। ਜਲਦੀ ਮਿਲਾਂਗੇ ਆਪਾਂ ਥਿਊਰੀ ਲੈ ਕੇ, ਕਿਉਂਕਿ ਦੇਖੋ ਥਿਊਰੀ ਪੜ੍ਹਨੀ ਬਹੁਤ ਜ਼ਰੂਰੀ ਆ। ਤੁਹਾਨੂੰ ਮੈਂ ਵਾਰ-ਵਾਰ ਕਹਿਣਾ ਡਾਇਰੈਕਟ MCQ ਨਾ ਕਰੋ ਰਾਜੇ, ਰੱਟੇ ਨਾ ਮਾਰੋ। ਬਾਕੀ ਤੁਹਾਡੇ ਵਾਸਤੇ ਮੈਂ ਸਪੈਸ਼ਲ ਇੱਕ 750 ਕੁਐਸਚਨ ਤਿਆਰ ਕੀਤੇ ਹੋਏ ਆ ਰਾਜੇ, ਲਗਭਗ 750 ਹੈ। ਦੇਖੋ ਹੁਣ ਐਗਜ਼ੈਕਟ ਮੈਂ ਵੀ ਗਿਣੇ ਨਹੀਂਗੇ, ਹੋ ਸਕਦਾ 725 ਹੋਣ, ਹੋ ਸਕਦਾ 700 ਹੋਣ, ਹੋ ਸਕਦਾ 800 ਹੋਣ, ਠੀਕ ਹੈ ਸਰ। ਲਗਭਗ 750 ਦੇ ਨੇੜੇ ਤੇੜੇ ਹੈਗੇ ਨੇ, ਠੀਕ ਹੈ। ਤਾਂ ਇਹ ਕੁਐਸਚਨ ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਨੇ ਰਾਜੇ। ਇਹ ਤੁਸੀਂ ਸੀਰੀਜ਼ ਮੇਰੇ ਤੋਂ ਲੈ ਸਕਦੇ ਹੋ, ਬਹੁਤ ਨੋਮੀਨਲ ਚਾਰजेस ਨੇ, ਤੇ ਤੁਸੀਂ ਇਹਨੂੰ ਖਰੀਦ ਲਓ ਤੇ ਜਲਦੀ ਜਲਦੀ ਪੜ੍ਹਨਾ ਸਟਾਰਟ ਕਰ ਦਿਓ, ਕਿਉਂਕਿ MCQ ਵੀ ਪੜ੍ਹਨੇ ਬਹੁਤ ਜ਼ਰੂਰੀ ਹੈ। ਰਾਈਟ ਹੈ। ਜੇ ਆਪਾਂ ਥਿਊਰੀ ਪੜ੍ਹ ਲਈ ਤਾਂ ਕੁਐਸਚਨ ਕਿਵੇਂ ਬਣ ਕੇ ਆਊਗਾ ਪੇਪਰਾਂ ਦੇ ਵਿੱਚ, ਇਹ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ। ਤੇ ਇਹ ਸਾਰੇ ਉਹ ਕੁਐਸਚਨ ਨੇ ਜਿਹੜੇ ਕਿ ਪੇਪਰਾਂ ਦੇ ਵਿੱਚ ਵਾਰ-ਵਾਰ ਪੁੱਛੇ ਜਾਂਦੇ ਨੇ, ਹਾਈ ਲੈਵਲ ਦਾ ਕੰਪਿਊਟਰ ਨੂੰ ਕਵਰ ਕਰਦੇ ਨੇ। ਕੰਪਿਊਟਰ ਦਾ ਸਾਰਾ ਸਿਲੇਬਸ ਇਹਦੇ ਵਿੱਚ ਕਵਰ ਹੋ ਜਾਊਗਾ। ਰਾਈਟ ਹੈ ਜੀ। ਜੇ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਭਾਈ। ਸਰਬਤ ਦਾ ਭਲਾ ਬਾਬਾ ਮਿਹਰ ਕਰੇ। ਪੰਜਾਬੀ ਮਾਂ ਬੋਲੀ ਜਿੰਦਾਬਾਦ। ਧੰਨਵਾਦ।